ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬ ਹੈਰੀਟੇਜ ਦੇ ਸੰਪਾਦਕ ਡਾਕਟਰ ਸਤਨਾਮ ਸਿੰਘ ਸੰਧੂ ਮੌਜੂਦ ਨੇ। ਸਵਾਗਤ ਹੈ ਤੁਹਾਡਾ ਸੰਧੂ ਸਾਹਿਬ। ਧੰਨਵਾਦ ਸੁਖਵਿੰਦਰ। ਧੰਨਵਾਦ ਸੰਧੂ ਸਾਹਿਬ। ਅੱਜ ਮੁਲਕ ਭਰ ਦੇ ਵਿੱਚ ਜਦੋਂ ਧਰਮ ਦੇ ਨਾਮ ਦੇ ਉੱਤੇ ਸਿਆਸਤ ਹੋ ਰਹੀ ਆ, ਭਾਜਪਾ ਆਪਣੇ ਏਜੰਡੇ ਤੇ ਚੱਲ ਰਹੀ ਹੈ, ਬਾਕੀ ਵਿਰੋਧੀ ਧਿਰਾਂ ਜਿਹੜੀਆਂ ਉਹ ਆਪੋ ਆਪਣੇ ਏਜੰਡੇ ਤੇ ਸੂਬਿਆਂ ਦੇ ਵਿੱਚ ਖੇਤਰੀ ਪਾਰਟੀਆਂ ਆਪਣੇ ਏਜੰਡਿਆਂ ਤੇ ਕੰਮ ਕਰ ਰਹੀਆਂ ਨੇ। ਇਹ ਸਭ ਦੇ ਵਿਚਾਲੇ ਜਦੋਂ ਅਸੀਂ ਇਕੱਲੇ ਪੰਜਾਬ ਨੂੰ ਦੇਖਦੇ ਹਾਂ, ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦੀ ਜਿਹੜੀ ਸਿਆਸਤ ਹੈ ਉਹ ਇੱਕ ਸਮੱਸਿਆ ਬਣ ਚੁੱਕੀ ਹੈ। ਉਹਦੇ ਹੱਲ ਦੇ ਵੱਲ ਕੋਈ ਵੀ ਸਿਆਸੀ ਪਾਰਟੀ ਨਜ਼ਰ ਨਹੀਂ ਆਉਂਦੀ ਕਿ ਉਹਦੇ ਉੱਤੇ ਕੋਈ ਕੰਮ ਕਰ ਰਿਹਾ ਹੈ ਜਾਂ ਉਸ ਪਾਸੇ ਵੱਲ ਨੂੰ ਸੋਚਿਆ ਜਾਵੇ। ਖਾਸ ਕਰ ਗੱਲ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਈਸਾਈ ਧਰਮ ਦੇ ਵਿੱਚ ਤਬਦੀਲ ਹੋਣ ਦੀ ਹੈ, ਜਾਂ ਫਿਰ ਉਹ ਕਹਿੰਦੇ ਨੇ ਕਿ ਤੁਸੀਂ ਆਪਣੇ ਦਾੜੀ, ਕੇਸ, ਪੱਗ ਸਭ ਕੁਝ ਉਵੇਂ ਜਿਵੇਂ ਰੱਖੋ ਤੇ ਮੰਨੋ ਤੁਸੀਂ ਈਸਾ ਮਸੀਹ ਨੂੰ। ਤਾਂ ਇਹਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਜਥੇਦਾਰ ਸਾਹਿਬ ਹੋਰੀ ਸਾਰੇ ਚਿੰਤਾ ਤਾਂ ਜ਼ਾਹਰ ਕਰਦੇ ਨੇ, ਪਰ ਇਹਦਾ ਮੁਕੰਮਲ ਹੱਲ ਕੀ ਸਮਝਿਆ ਜਾਵੇ? ਸਮੱਸਿਆ ਪਹਿਲੀ ਗੱਲ ਇਹ ਹੈ ਕਿ ਪੈਦਾ ਕਿੱਥੋਂ ਹੋਈ? ਸੁਖਵਿੰਦਰ, ਧਰਮ ਪਰਿਵਰਤਨ ਦਾ ਜਿਹੜਾ ਮਸਲਾ ਹੈ ਇਹ ਇੱਕ ਸਦੀ ਤੋਂ ਵੀ ਵੱਧ ਪੁਰਾਣਾ ਹੈ। ਜਦੋਂ ਦੇਸ਼ ਦੀ ਆਜ਼ਾਦੀ ਦੀ ਮੂਵਮੈਂਟ ਚੱਲੀ ਤਾਂ ਉਸ ਸਮੇਂ ਸ਼ੁਰੂ ਦੇ ਵਿੱਚ ਈਸਾਈ ਮਤ ਦੇ ਲੋਕ ਜਦੋਂ ਹਿੰਦੁਸਤਾਨ ਦੇ ਵਿੱਚ ਆਏ ਤਾਂ ਉਹਨਾਂ ਨੇ ਇੱਕ ਜਾਂ ਦੂਜੇ ਰੂਪ ਦੇ ਵਿੱਚ ਆਪਣੇ ਧਰਮ ਦਾ ਪ੍ਰਚਾਰ ਸ਼ੁਰੂ ਕੀਤਾ। ਉਸ ਤੋਂ ਬਾਅਦ ਇੱਕ ਸਮੇਂ ਤੇ ਸਿੰਘ ਸਭਾ ਲਹਿਰ, ਬ੍ਰਹਮੋ ਸਮਾਜ, ਆਰੀਆ ਸਮਾਜ, ਇਸ ਕਿਸਮ ਦੀਆਂ ਲਹਿਰਾਂ ਚੱਲੀਆਂ ਸਾਡੇ ਪੰਜਾਬੀ ਸਮਾਜ ਦੇ ਵਿੱਚ, ਜਿਨ੍ਹਾਂ ਨੂੰ ਪੁਨਰ ਜਾਗਰਤੀ ਦੀਆਂ ਲਹਿਰਾਂ ਵੀ ਕਿਹਾ ਜਾਂਦਾ ਹੈ, ਜਾਂ ਆਪਣੇ ਧਰਮ ਦੇ ਵਿੱਚ ਪੱਕੇ ਹੋਣ ਲਈ ਇੱਕ ਕਿਸਮ ਦੀ ਚੇਤਨਾ ਜਗਾਉਣ ਵਾਲੀਆਂ ਲਹਿਰਾਂ ਵੀ ਕਿਹਾ ਜਾਂਦਾ। ਜਦੋਂ ਇਹ ਲਹਿਰਾਂ ਚੱਲੀਆਂ ਤਾਂ ਉਸ ਸਮੇਂ ਵੀ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਸਾਡੇ ਲੋਕਾਂ ਦਾ ਧਰਮ ਪਰਿਵਰਤਨ ਹੋ ਰਿਹਾ ਹੈ, ਈਸਾਈ ਮਤ ਦੇ ਲੋਕ ਸਾਡੇ ਧਰਮ ਨੂੰ ਪਰਿਵਰਤਿਤ ਕਰਨ ਦੇ ਵਿੱਚ ਲੱਗੇ ਹੋਏ ਹੈ, ਸਾਨੂੰ ਸਾਰਿਆਂ ਨੂੰ ਆਪਣਾ ਆਪਣਾ ਧਰਮ ਬਚਾਉਣਾ ਚਾਹੀਦਾ। ਤਾਂ ਸਭ ਤੋਂ ਵੱਡੀ ਮਹੱਤਵਪੂਰਨ ਗੱਲ ਇਹ ਹੈ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਮਸਲੇ ਬਾਰੇ ਰਾਜਨੀਤਿਕ ਜ਼ਰੂਰਤ ਅਨੁਸਾਰ, ਜਿੱਦਾਂ ਤੁਸੀਂ ਭੂਮਿਕਾ ਵਿੱਚ ਵੀ ਕਿਹਾ, ਇੱਕ ਵਿਅਕਤੀ ਉੱਠਦਾ ਹੈ, ਉਹ ਆਪਣੀਆਂ ਰਾਜਨੀਤਿਕ ਲੋੜਾਂ ਅਨੁਸਾਰ ਇਸ ਮੁੱਦੇ ਨੂੰ ਕਿਸੇ ਪੁਰਾਣੇ ਪਏ ਹੋਏ ਸਟੋਰ ਦੇ ਵਿੱਚੋਂ ਕੱਢ ਕੇ ਬਾਹਰ ਲੈ ਆਉਂਦਾ ਹੈ ਤੇ ਇਸ ਤੇ ਫਿਰ ਚਰਚਾ ਸ਼ੁਰੂ ਹੋ ਜਾਂਦੀ ਹੈ। ਬੁਨਿਆਦੀ ਤੌਰ ਤੇ ਧਰਮ ਪਰਿਵਰਤਨ ਦਾ ਮਸਲਾ ਕੀ ਹੈ? ਧਰਮ ਪਰਿਵਰਤਨ ਦੇ ਮਸਲੇ ਨੂੰ ਅਸੀਂ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਦੇਖ ਸਕਦੇ ਹਾਂ। ਇੱਕ ਤਾਂ ਧਰਮ ਪਰਿਵਰਤਨ ਉਹ ਹੈ ਜੋ ਤਾਕਤ ਨਾਲ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਵੇਂ ਅਸੀਂ ਕਹਿੰਦੇ ਹਾਂ ਕਿ ਔਰੰਗਜ਼ੇਬ ਨੇ ਜਨੇਊ ਲਹਾ ਕੇ ਜਾਂ ਹੋਰ ਮੁਗਲ ਸ਼ਾਸਕਾਂ ਨੇ ਹਿੰਦੂ ਧਰਮ ਪਰਿਵਰਤਨ ਦੀ ਗੱਲ ਕੀਤੀ। ਦੂਸਰਾ ਧਰਮ ਪਰਿਵਰਤਨ ਉਹ ਹੈ ਜਿਸ ਨੂੰ ਲੋਕ ਕੋਈ ਵਿਸ਼ੇਸ਼ ਕਿਸਮ ਦਾ ਲਾਲਚ ਦੇ ਕੇ, ਸਹੂਲਤਾਂ ਦੇ ਕੇ, ਪ੍ਰਚਾਰ ਕਰਕੇ ਇਹਦੇ ਰਾਹੀਂ ਪਰਿਵਰਤਨ ਕਰਵਾਉਂਦੇ ਆ। ਮੇਰਾ ਖਿਆਲ ਹੈ ਕਿ ਜਿਹੜਾ ਈਸਾਈਆਂ ਦਾ ਧਰਮ ਪਰਿਵਰਤਨ ਕਰਾਉਣ ਦਾ ਮਸਲਾ ਹੈ ਉਹ ਪੁਰਾਣੇ ਮੁਗਲ ਸ਼ਾਸਕਾਂ ਨਾਲੋਂ ਬਿਲਕੁਲ ਵੱਖਰੀ ਕਿਸਮ ਦਾ ਹੈ। ਇਹ ਦੂਸਰੀ ਕਿਸਮ ਦਾ ਜਿਹੜਾ ਮਾਧਿਅਮ ਹੈ ਉਹਨੂੰ ਵਰਤ ਕੇ ਚੱਲਦੇ ਹੈ। ਜੇ ਅਸੀਂ ਪਿਛਲੀ ਅੱਧੀ ਸਦੀ ਦੀ ਗੱਲ ਕਰੀਏ ਤਾਂ ਈਸਾਈਆਂ ਨੇ ਬੜੇ ਸਿਸਟੇਮੈਟਿਕ ਵੇ ਦੇ ਵਿੱਚ ਧਰਮ ਪਰਿਵਰਤਨ ਦਾ ਕੰਮ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜੀ ਸਭ ਤੋਂ ਮੂਲ ਜੜ ਹੁੰਦੀ ਹੈ ਆਉਣ ਵਾਲੀਆਂ ਨਸਲਾਂ ਨੂੰ ਪਕੜਨ ਵਾਸਤੇ, ਜਿਨ੍ਹਾਂ ਨੂੰ ਅਸੀਂ ਐਜੂਕੇਸ਼ਨ ਜਾਂ ਸਕੂਲ ਕਹਿੰਦੇ ਆ, ਉੱਥੋਂ ਆਪਣਾ ਕੰਮ ਸ਼ੁਰੂ ਕੀਤਾ। ਜਿੰਨੇ ਤੁਹਾਡੇ ਕੋਲੇ ਸੇਂਟ ਪੀਟਰ, ਸੇਂਟ ਮੈਰੀ, ਸੇਂਟ ਲਾਰੈਂਸ ਸਕੂਲ, ਇਸ ਕਿਸਮ ਦੇ ਸਕੂਲ ਬਣੇ ਹੋਏ ਹੈ, ਉਹ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਈਸਾਈ ਮਿਸ਼ਨਰੀਆਂ ਦੇ ਪ੍ਰਬੰਧ ਦੁਆਰਾ ਚਲਾਏ ਜਾਂਦੇ ਹੈ। ਉਹਨਾਂ ਨੇ ਜਦੋਂ ਆਪਣੇ ਸਕੂਲ ਚਲਾਉਣੇ ਸ਼ੁਰੂ ਕੀਤੇ ਤਾਂ ਸਕੂਲ ਵਿੱਚ ਦਿੱਤੀ ਜਾਣ ਵਾਲੀ ਸਿੱਖਿਆ ਨੂੰ ਉਹਨਾਂ ਨੇ ਬੜੇ ਟੇਢੇ ਢੰਗ ਨਾਲ ਈਸਾਈਅਤ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ। ਤਾਂ ਇਸ ਤਰੀਕੇ ਨਾਲ ਅਸੀਂ ਇਹ ਕਹਿੰਦੇ ਹਾਂ ਕਿ ਮਹਾਰਾਜਾ ਦਲੀਪ ਸਿੰਘ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵਿੱਚ ਨਿਰੰਤਰ ਤੌਰ ਤੇ ਈਸਾਈ ਬਣਾਉਣ ਦਾ ਕੰਮ ਹੈ ਜਿਹੜਾ ਉਹ ਦੋ ਪੱਧਰਾਂ ਤੇ ਚੱਲਦਾ ਰਿਹਾ ਹੈ। ਇੱਕ ਐਜੂਕੇਸ਼ਨ ਦੇ ਪੱਧਰ ਤੇ, ਦੂਸਰੀਆਂ ਜਿਹੜੀਆਂ ਦੱਬੀਆਂ ਕੁਚਲੀਆਂ ਨੀਵੀਆਂ ਜਮਾਤਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਗਰੀਬ ਲੋਕ ਸੀ, ਉਹਨਾਂ ਨੇ ਵੱਡੇ ਪੱਧਰ ਤੇ ਆਪਣੇ ਆਪ ਨੂੰ ਪਰਿਵਰਤਿਤ ਕੀਤਾ। ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਨਾਮ ਅਗਰ ਪਹਿਲਾਂ ਕਿਸੇ ਸਮੇਂ ਸਿੰਘ ਜਾਂ ਕੌਰ ਲੱਗਦਾ ਸੀ ਜਾਂ ਰਾਮ ਕੁਮਾਰ ਲੱਗਦਾ ਸੀ, ਉਹਨਾਂ ਸਾਰੇ ਵਿਅਕਤੀਆਂ ਨੇ ਆਪਣੇ ਨਾਂ ਦੇ ਮਗਰ ਜੋ ਵਿਸ਼ੇਸ਼ ਤੌਰ ਤੇ ਛੋਟੀਆਂ ਜਾਤਾਂ ਨਾਲ ਸੰਬੰਧਿਤ ਸੀ ਨਾਮ ਮਗਰ ਮਸੀਹ ਲਾਉਣਾ ਸ਼ੁਰੂ ਕੀਤਾ। ਭਾਵ ਉਹ ਈਸਾ ਮਸੀਹ ਦੇ ਸ਼ਾਗਿਰਦ ਬਣ ਗਏ। ਇਸ ਕਰਕੇ ਜੇ ਅਸੀਂ ਇਤਿਹਾਸਕ ਪ੍ਰਸੰਗ ਦੇ ਵਿੱਚ ਦੇਖੀਏ ਤਾਂ ਧਰਮ ਪਰਿਵਰਤਨ ਦੀ ਗੱਲ ਨਾ ਤਾਂ ਅੱਜ ਨਵੀਂ ਹੈ, ਨਾ ਹੀ ਅਸੀਂ ਇਹ ਕਹਿ ਸਕਦੇ ਹਾਂ ਕਿ ਰਾਤੋਂ ਰਾਤ ਉੱਠੀ ਹੈ। ਹਾਂ, ਜੇ ਨਵਾਂ ਕੁਝ ਜਿਹੜਾ ਅੱਜ ਵਿਚਾਰ ਦੀ ਮੰਗ ਕਰਦਾ ਹੈ ਤਾਂ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੀ ਰੈਲੀ ਦੇ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਧਰਮ ਪਰਿਵਰਤਨ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ।
ਵਾਰ-ਵਾਰ ਜਿਹੜੀ ਕੇਂਦਰੀ ਸਰਕਾਰ ਸਾਡੀ ਬੀਜੇਪੀ ਜਿਹੜੀ ਚਲਾ ਰਹੀ ਹੈ ਸਰਕਾਰ ਨੂੰ, ਉਸ ਸਰਕਾਰ ਦੇ ਵੱਲੋਂ ਵੀ ਕਦੇ-ਕਦੇ ਇਹ ਗੱਲ ਉੱਠਦੀ ਹੈ ਕਿ ਵੱਡੇ ਪੱਧਰ ਤੇ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਇਹ ਨਿਰੰਤਰ ਚੱਲਿਆ ਆ ਰਿਹਾ ਮੁੱਦਾ ਹੈ। ਧਰਮ ਪਰਿਵਰਤਨ ਦੀਆਂ ਕੋਸ਼ਿਸ਼ਾਂ ਲਗਾਤਾਰ ਹੁੰਦੀਆਂ ਰਹਿੰਦੀਆਂ ਹੈ, ਪਰੰਤੂ ਇਸ ਨੂੰ ਫੋਰ ਫਰੰਟ ਤੇ ਮੀਡੀਆ ਦੇ ਵਿੱਚ ਉਦੋਂ ਲਿਆਂਦਾ ਜਾਂਦਾ ਜਦੋਂ ਇਸ ਤੋਂ ਕੋਈ ਰਾਜਨੀਤਿਕ ਲਾਹਾ ਲੈਣਾ ਹੋਵੇ। ਸੁਖਵਿੰਦਰ, ਧਰਮ ਪਰਿਵਰਤਨ ਸਿਰਫ ਈਸਾਈ ਧਰਮ ਤੱਕ ਕਿਉਂ ਸੀਮਤ ਕੀਤਾ ਜਾ ਰਿਹਾ? ਕੀ ਇਹ ਧਰਮ ਪਰਿਵਰਤਨ ਨਹੀਂ ਕਿ ਕੁਝ ਲੋਕ ਡੇਰਾ ਸੱਚਾ ਸੌਦਾ ਨਾਲ ਜੁੜ ਗਏ, ਕੁਝ ਰਾਧਾ ਸੁਆਮੀਆਂ ਨਾਲ ਜੁੜ ਗਏ, ਕੁਝ ਨਿਰੰਕਾਰੀਆਂ ਦੇ ਨਾਲ ਜੁੜ ਗਏ, ਭਾਵੇਂ ਉਹ ਸਿੱਖ ਨੇ, ਭਾਵੇਂ ਪੰਜਾਬੀ ਨੇ, ਭਾਵੇਂ ਹਿੰਦੂ ਨੇ, ਉਹ ਕਿਸੇ ਵੀ ਧਰਮ ਦੇ ਨੇ, ਜਿਹੜੇ ਹੌਲੀ ਹੌਲੀ ਇਹਨਾਂ ਦੇ ਵੱਲ ਬਹੁਤ ਵੱਡੀ ਗਿਣਤੀ ਦੇ ਵਿੱਚ ਜੁੜਦੇ ਗਏ ਤੇ ਅੱਜ ਵੀ ਜੁੜ ਰਹੇ ਨੇ। ਦੇਖੋ, ਗੱਲ ਇਹ ਹੈ ਕਿ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਤਾਂ ਧਰਮ ਨੂੰ ਮੁੱਖ ਤੌਰ ਤੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਧਰਮ ਉਹ ਹੈ ਜਿਹੜੇ ਹਿੰਦੁਸਤਾਨ ਦੀ ਉਪਜ ਹੈ, ਜਿਨ੍ਹਾਂ ਦੇ ਵਿੱਚ ਬੁਨਿਆਦੀ ਤੌਰ ਤੇ ਅਸੀਂ ਹਿੰਦੂ ਧਰਮ, ਜੈਨ ਧਰਮ, ਬੁੱਧ ਧਰਮ, ਸਿੱਖ ਧਰਮ, ਇਹਨਾਂ ਸਾਰਿਆਂ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਸਾਰਿਆਂ ਦੀਆਂ ਜੜ੍ਹਾਂ ਹਿੰਦੁਸਤਾਨ ਦੇ ਵਿੱਚ ਪਈਆਂ। ਦੂਸਰੇ ਧਰਮ ਉਹ ਹੈ ਜਿਹੜੇ ਬਾਹਰੋਂ ਆ ਕੇ ਹਿੰਦੁਸਤਾਨ ਦੇ ਵਿੱਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰਦੇ ਰਹੇ। 10ਵੀਂ ਸਦੀ ਤੋਂ ਲੈ ਕੇ, ਜਿਹਨੂੰ ਹਿੰਦੁਸਤਾਨ ਦੇ ਇਤਿਹਾਸ ਦਾ ਮੱਧਕਾਲ ਕਿਹਾ ਜਾਂਦਾ ਹੈ, ਉਹ ਪੂਰੇ ਦੇ ਪੂਰੇ ਕਈ ਸਦੀਆਂ ਤੱਕ ਇਸਲਾਮ ਧਰਮ ਨੂੰ ਇੱਥੇ ਫੈਲਾਉਣ ਦਾ ਯਤਨ ਕੀਤਾ। ਇਸਲਾਮ ਧਰਮ ਨੂੰ ਫੈਲਾਉਣ ਦੇ ਦੋ ਵਸੀਲੇ ਸੀ। ਇੱਕ ਮਹਾਰਾਜਾ ਜਿਹੜੇ ਹੁੰਦੇ ਸੀ ਉਹ ਆਪਣੀ ਤਾਕਤ ਨਾਲ ਆਪਣੇ ਧਰਮ ਦਾ ਫੈਲਾਅ ਕਰਦੇ ਸੀ। ਦੂਸਰੇ ਉਸ ਸਮੇਂ ਸੂਫੀ ਹੁੰਦੇ ਸੀ ਜਿਹੜੇ ਆਪਣੇ ਪ੍ਰਭਾਵ ਰਾਹੀਂ, ਆਪਣੇ ਵਿਅਕਤਿਤਵ ਰਾਹੀਂ ਲੋਕਾਂ ਦੇ ਨਾਲ ਜੁੜ ਕੇ ਧਰਮ ਦਾ ਪਰਿਵਰਤਨ ਕਰਵਾਉਂਦੇ ਸੀ। ਉਸ ਤੋਂ ਬਾਅਦ ਜਦੋਂ ਸਾਡੇ ਕੋਲੇ ਦਰਿਆ ਦੇ ਰਸਤਿਓਂ, ਸਮੁੰਦਰ ਦੇ ਰਸਤਿਓਂ ਆਮਦ ਸ਼ੁਰੂ ਹੋਈ, ਪਾਣੀ ਦੇ ਰਸਤਿਓਂ ਸਾਡੇ ਕੋਲੇ ਲੋਕ ਆਉਣ ਲੱਗੇ, ਤਾਂ ਜਿਹੜੇ ਪਾਣੀ ਦੇ ਰਸਤਿਓਂ ਸਾਡੇ ਕੋਲੇ ਯੂਰਪ ਤੋਂ ਲੋਕ ਆਏ, ਉਹ ਆਪਣਾ ਨਾਲ ਆਪਣਾ ਈਸਾਈ ਧਰਮ ਵੀ ਲੈ ਕੇ ਆਏ। ਉਹਨਾਂ ਨੇ ਸਭ ਤੋਂ ਪਹਿਲਾਂ ਕੀ ਕੀਤਾ ਕਿ ਸਾਡੇ ਗ੍ਰੰਥਾਂ ਨੂੰ ਸਮਝਿਆ, ਸਾਡੇ ਸੱਭਿਆਚਾਰ ਨੂੰ ਸਮਝਿਆ, ਸਾਡੇ ਪੰਜਾਬੀ ਦੀਆਂ ਵਿਆਕਰਨਾਂ ਬਣਾਈਆਂ ਕਿ ਅਸੀਂ ਇਹਨਾਂ ਦੀ ਭਾਸ਼ਾ ਦੇ ਵਿੱਚ ਇਹਨਾਂ ਨੂੰ ਆਪਣੇ ਧਰਮ ਬਾਰੇ ਗਿਆਨ ਦੇ ਸਕੀਏ। ਤੁਹਾਡਾ ਸਵਾਲ ਹੈ ਕਿ ਇਸ ਨੂੰ ਈਸਾਈ ਧਰਮ ਦੇ ਨਾਲ ਜੋੜ ਕੇ ਕਿਉਂ ਦੇਖਿਆ ਜਾ ਰਿਹਾ ਹੈ? ਉਹ ਈਸਾਈ ਧਰਮ ਦੇ ਨਾਲ ਜੋੜ ਕੇ ਇਸ ਕਰਕੇ ਦੇਖਿਆ ਜਾ ਰਿਹਾ ਹੈ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਇੱਕ ਵੱਖਰੀ ਵਿਚਾਰਧਾਰਾ, ਇੱਕ ਬਾਹਰਲੇ ਮੁਲਕ ਦੇ ਲੋਕਾਂ ਦਾ ਧਰਮ, ਬਾਹਰਲੇ ਮੁਲਕ ਦੇ ਲੋਕਾਂ ਦੀ ਆਈਡੀਓਲੋਜੀ, ਬਾਹਰ ਤੋਂ ਪਣਪਿਆ ਹੋਇਆ ਧਰਮ ਸਾਡੇ ਸਮਾਜ, ਸਾਡੇ ਸੱਭਿਆਚਾਰ ਦੇ ਵਿੱਚ ਆਪਣੀਆਂ ਜੜ੍ਹਾਂ ਲਾ ਰਿਹਾ ਹੈ, ਜਿਹੜਾ ਸਿਧਾਂਤਕ ਤੌਰ ਤੇ ਉਹ ਬਹੁਤ ਸਾਰੀਆਂ ਮਾਨਤਾਵਾਂ ਨੂੰ ਤੋੜਦਾ ਹੈ ਜਿਹੜੀਆਂ ਭਾਰਤੀ ਧਰਮ ਨੇ ਸਥਾਪਿਤ ਕੀਤੀਆਂ ਹੋਈਆਂ। ਉਦਾਹਰਨ ਵਜੋਂ ਭਾਰਤੀ ਧਰਮ ਹੈ ਜਿਹੜੇ ਇਹ 4 ਵਰਨਾਂ ਦੇ ਵਿੱਚ ਯਕੀਨ ਰੱਖਦੇ ਆ। ਉੱਥੇ ਇਹ ਕਿਹਾ ਜਾਂਦਾ ਹੈ ਕਿ ਬ੍ਰਾਹਮਣ, ਵੈਸ਼, ਖੱਤਰੀ ਤੇ ਸ਼ੂਦਰ, ਇਹ 4 ਅਲੱਗ-ਅਲੱਗ ਕਿਸਮ ਦੀਆਂ ਸ਼੍ਰੇਣੀਆਂ। ਤੁਸੀਂ ਸਾਰੇ ਜਾਣਦੇ ਹੋ ਕਿ ਬਹੁਤ ਸਾਰੇ ਹਿੰਦੂ ਮੰਦਿਰਾਂ ਦੇ ਵਿੱਚ ਸ਼ੂਦਰ ਲੋਕਾਂ ਦਾ ਜਾਣਾ ਅੱਜ ਵੀ ਵਰਜਿਤ ਹੈ। ਇਸ ਦੀ ਥੋੜੀ ਬਹੁਤੀ ਇਸ ਗੱਲ ਨੂੰ ਤੋੜਨ ਦਾ ਕੰਮ ਸਿੱਖ ਧਰਮ ਨੇ ਕੀਤਾ, ਪਰੰਤੂ ਫਿਰ ਕਿਤੇ ਨਾ ਕਿਤੇ ਉਹ ਵਿਕਾਰ ਬਣਿਆ ਰਿਹਾ। ਉਹ ਸਿੱਖ ਜਿਹੜੇ ਕਿਸੇ ਨਾ ਕਿਸੇ ਹੱਦ ਤੇ ਸਿੱਖ ਬਣਨ ਦੇ ਬਾਵਜੂਦ ਵੀ ਸ਼ੂਦਰ ਬਣੇ ਰਹੇ, ਉਹਨਾਂ ਨੂੰ ਕ੍ਰਿਸਚੀਅਨਿਟੀ ਨੇ ਆ ਕੇ ਇੱਕ ਨਵਾਂ ਹੁਲਾਰਾ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਸਰੂਪ ਬਦਲਾਂਗੇ ਨਹੀਂ, ਤੁਹਾਡਾ ਉਹੀ ਸਰੂਪ ਰਹੂਗਾ, ਪਰ ਤੁਸੀਂ ਈਸਾ ਮਸੀਹ ਦੇ ਚੇਲੇ ਬਣੋ। ਇੱਕ ਤਾਂ ਇਹ ਕਾਰਨ ਬਣਿਆ ਕਿ ਉਹਨਾਂ ਨੂੰ ਇੱਕ ਵਿਸ਼ੇਸ਼ ਕਿਸਮ ਦੀ ਬਰਾਬਰਤਾ ਦਾ ਥਾਂ ਮਿਲਿਆ। ਦੂਜਾ ਕਾਰਨ ਇਹ ਬਣਿਆ ਕਿ ਈਸਾਈ ਮਿਸ਼ਨਰੀਆਂ ਨੇ ਆ ਕੇ ਵੱਡੇ ਪੱਧਰ ਤੇ ਜਿਹੜਾ ਕੰਮ ਸ਼ੁਰੂ ਕੀਤਾ ਉਹ ਇਹ ਸੀ ਕਿ ਉਹਨਾਂ ਨੇ ਆਪਣੀਆਂ ਸਹੂਲਤਾਂ ਦੇਣੀਆਂ ਸ਼ੁਰੂ ਕੀਤੀਆਂ। ਉਦਾਹਰਨ ਵਜੋਂ ਉਹਨਾਂ ਦੇ ਸਕੂਲਾਂ ਦੇ ਵਿੱਚ ਜਿਹੜਾ ਵੀ ਉਹਨਾਂ ਦੇ ਧਰਮ ਨੂੰ ਅਪਣਾਉਂਦਾ ਹੈ, ਨਾ ਸਿਰਫ ਉਸ ਵਿਅਕਤੀ ਨੂੰ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ, ਬਲਕਿ ਕਈ ਥਾਵਾਂ ਤੇ ਦੇਖਣ ਨੂੰ ਮਿਲਿਆ ਹੈ ਕਿ ਉਹਨਾਂ ਦੇ ਪੇਰੈਂਟਸ ਨੂੰ ਕੁਝ ਸਟਾਈਫਨ ਵੀ ਦਿੱਤਾ ਜਾਂਦਾ ਹੈ। ਇਸ ਲਈ ਨਾ ਹੀ ਉਹਨਾਂ ਤੇ ਕੋਈ ਪ੍ਰੈਸ਼ਰ ਪਾਇਆ ਜਾਂਦਾ ਹੈ। ਤਾਂ ਜਿਹੜਾ ਵਿਅਕਤੀ ਗਰੀਬ ਹੈ, ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਬਾਹਰ ਨਹੀਂ ਦੇ ਸਕਦਾ, ਉਹਨੂੰ ਲੱਗਦਾ ਹੈ ਕਿ ਮੈਨੂੰ ਕੀ ਫਰਕ ਪੈਣ ਲੱਗਿਆ ਹੈ ਜੇ ਮੈਂ ਆਪਣੇ ਆਪ ਨੂੰ ਈਸਾਈ ਸਮਝ ਕੇ ਇਸ ਧਰਮ ਦੇ ਵਿੱਚ ਚਲਾ ਜਾਵਾਂ, ਜਦੋਂ ਕਿ ਬਾਕੀ ਧਰਮਾਂ ਦੇ ਵਿੱਚ ਇਸ ਕਿਸਮ ਦੀ ਸਿੱਧੀ ਸਹੂਲਤ ਉਹਦੇ ਕੋਲੇ ਪ੍ਰਾਪਤ ਨਹੀਂ ਹੈ। ਦੂਸਰਾ ਜਿਹੜਾ ਮਹੱਤਵਪੂਰਨ ਕਾਰਨ ਹੈ ਉਹ ਹੈ ਪ੍ਰਚਾਰ ਦਾ। ਮੈਂ ਕਦੇ ਨਹੀਂ ਦੇਖਿਆ ਕਿ ਸਾਡੇ ਬਹੁਤ ਸਾਰੇ ਹਿੰਦੂ ਧਰਮ, ਸਿੱਖ ਧਰਮ, ਬੋਧੀ ਜਾਂ ਜੈਨ ਧਰਮ ਦੇ ਵਿੱਚ ਉਸ ਪੱਧਰ ਦਾ ਸਾਰੀਆਂ ਭਾਸ਼ਾਵਾਂ ਦੇ ਵਿੱਚ ਪ੍ਰਚਾਰ ਕੀਤਾ ਜਾਂਦਾ ਹੋਵੇ। ਜਿਹੜੇ ਕ੍ਰਿਸਚੀਅਨ ਧਰਮ ਵਾਲੇ ਹੈ, ਇਹਨਾਂ ਨੇ ਦੁਨੀਆ ਦੀਆਂ ਹਰ ਭਾਸ਼ਾ ਦੇ ਵਿੱਚ ਆਪਣੇ ਪਵਿੱਤਰ ਗ੍ਰੰਥ ਬਾਈਬਲ ਨੂੰ ਮੁਫਤ ਵੰਡਿਆ ਅਤੇ ਉਸ ਗ੍ਰੰਥ ਦੇ ਨਾਲ ਉਸ ਕਿਸਮ ਦੀ ਸੈਂਟਿਟੀ ਵੀ ਨਹੀਂ ਜੁੜੀ ਹੋਈ ਕਿ ਉਸ ਗ੍ਰੰਥ ਨੂੰ ਅਸੀਂ ਪਵਿੱਤਰ ਆਪਵਿੱਤਰਤਾ ਵਾਲੀ ਕੋਟੀ ਚੋਂ ਬਾਹਰ ਰੱਖਿਆ। ਕੋਈ ਵੀ ਬੰਦਾ ਕਿਸੇ ਵੀ ਰੂਪ ਦੇ ਵਿੱਚ ਬਾਈਬਲ ਨੂੰ ਨਾਲ ਲਿਜਾ ਕੇ ਪੜ੍ਹ ਸਕਦਾ ਹੈ। ਦੂਸਰੇ ਨੰਬਰ ਤੇ ਉਹਨਾਂ ਦੇ ਪ੍ਰਚਾਰਕਾਂ ਨੇ ਹਰ ਭਾਸ਼ਾ ਦੇ ਵਿੱਚ ਆਪਣੇ ਧਰਮ ਦਾ ਪ੍ਰਚਾਰ ਸ਼ੁਰੂ ਕੀਤਾ। ਵੱਡੇ ਵੱਡੇ ਸਮਾਗਮਾਂ ਦੇ ਵਿੱਚ
ਭਾਰਤ ਦੀਆਂ ਭਾਸ਼ਾਵਾਂ ਦੇ ਵਿੱਚ ਇੱਥੋਂ ਦੇ ਲੋਕਲ ਲੋਕਾਂ ਨੂੰ ਟ੍ਰੇਨਡ ਕਰਕੇ ਉਹਨਾਂ ਨੇ ਆਪਣੇ ਪ੍ਰਚਾਰ ਦੇ ਸਾਧਨ, ਆਪਣੇ ਗਿਆਨ, ਆਪਣੀਆਂ ਸਿੱਖਿਆਵਾਂ, ਯੀਸ਼ੂ ਮਸੀਹ ਕੀ ਚਾਹੁੰਦੇ ਹੈ, ਉਹਨਾਂ ਨੇ ਸੰਸਾਰ ਲਈ ਕੀ ਕੀਤਾ, ਇਹਨਾਂ ਸਾਰੇ ਪੱਖਾਂ ਦਾ ਗਿਆਨ ਦੇਣ ਦੀ ਕੋਸ਼ਿਸ਼ ਕੀਤੀ। ਇਸ ਦੇ ਵਿਪਰੀਤ ਸਾਡਾ ਇਹ ਹਾਲ ਹੈ, ਜੇ ਅਸੀਂ ਵਿਸ਼ੇਸ਼ ਤੌਰ ਤੇ ਸਿੱਖ ਧਰਮ ਦੀ ਗੱਲ ਕਰੀਏ ਤਾਂ ਸਿੱਖ ਧਰਮ ਦੇ ਪ੍ਰਚਾਰ ਦੇ ਵਿੱਚ ਅਸੀਂ ਬਹੁਤ ਪਛੜੇ ਹੋਏ ਹਾਂ। ਇਸ ਗੱਲ ਨੂੰ ਸਾਨੂੰ ਮੰਨ ਲੈਣਾ ਚਾਹੀਦਾ ਹੈ। ਅੱਜ ਨਹੀਂ ਮੰਨਾਂਗੇ ਤਾਂ ਹੋਰ ਕੁਝ ਸਾਲਾਂ ਨੂੰ ਲੋਕ ਸਾਨੂੰ ਕਹਿਣਗੇ, ਸਾਨੂੰ ਉਦੋਂ ਮੰਨਣਾ ਪਊਗਾ। ਸਾਡੇ ਪੁਰਾਣੇ ਜਿਹੜੇ ਲੋਕ ਸਿੱਖ ਧਰਮ ਦੇ ਸਿੰਘ ਸਭਾ ਲਹਿਰ ਨਾਲ ਜਾਂ ਬਾਕੀ ਸਿੱਖ ਸੰਸਥਾਵਾਂ ਨਾਲ ਜੁੜੇ ਹੋਏ ਸੀ, ਸ਼ਾਇਦ ਉਹ ਅੱਜ ਨਾਲੋਂ ਜ਼ਿਆਦਾ ਇਮਾਨਦਾਰ ਅਤੇ ਸਿਆਣੇ ਸੀ। ਉਹਨਾਂ ਨੇ ਅੰਗਰੇਜ਼ੀ ਦੀਆਂ ਵੱਡੀਆਂ ਵੱਡੀਆਂ ਅਖਬਾਰਾਂ ਸ਼ੁਰੂ ਕੀਤੀਆਂ। ਸਾਡੀ ਨਲਾਇਕੀ ਇਹ ਰਹੀ ਕਿ ਅਸੀਂ ਸਾਡੇ ਸਿੱਖਾਂ ਦੁਆਰਾ ਸ਼ੁਰੂ ਕੀਤੀਆਂ ਹੋਈਆਂ ਵੱਡੀਆਂ ਅੰਗਰੇਜ਼ੀ ਦੀਆਂ ਅਖਬਾਰਾਂ ਨੂੰ ਬਚਾ ਹੀ ਨਹੀਂ ਸਕੇ। ਉਹ ਅਖਬਾਰਾਂ ਹੌਲੀ ਹੌਲੀ ਟਰਸਟਾਂ ਰਾਹੀਂ ਕਿਤੇ ਹੋਰ ਚਲੀਆਂ ਗਈਆਂ। ਅੱਜ ਸਾਡੀ ਹਕੀਕਤ ਇਹ ਹੈ ਕਿ ਸਿੱਖਾਂ ਕੋਲੇ ਨਾ ਰਾਜ ਦੇ ਪੱਧਰ ਤੇ, ਨਾ ਰਾਸ਼ਟਰੀ ਪੱਧਰ ਤੇ, ਨਾ ਅੰਤਰਰਾਸ਼ਟਰੀ ਪੱਧਰ ਤੇ ਇੱਕ ਵੀ ਵੱਡਾ ਅਖਬਾਰ ਅੰਗਰੇਜ਼ੀ ਦਾ ਐਸਾ ਨਹੀਂ ਹੈ ਜਿਹਦੀ ਅਸੀਂ ਗਿਣਤੀ ਕਰ ਸਕੀਏ ਕਿ ਇਹ ਸਿੱਖਾਂ ਦਾ ਅਖਬਾਰ ਹੈ। ਨੰਬਰ 2 ਤੇ ਗੱਲ ਆਉਂਦੀ ਹੈ ਜਿਹੜਾ ਅੱਜ ਕੱਲ੍ਹ ਦਾ ਮੀਡੀਆ ਹੈ, ਜਿਹਨੂੰ ਅਸੀਂ ਇਲੈਕਟ੍ਰੋਨਿਕ ਮੀਡੀਆ ਜਾਂ ਥੋੜਾ ਪਿੱਛੇ ਜਾਈਏ ਟੀਵੀ ਮੀਡੀਆ ਕਹਿ ਸਕਦੇ ਹਾਂ। ਤਾਂ ਇੱਕ ਵਿਸ਼ੇਸ਼ ਵਿਅਕਤੀਆਂ ਦੁਆਰਾ ਇੱਕ ਵਿਸ਼ੇਸ਼ ਧੜੇ ਨੂੰ ਖੁਸ਼ ਕਰਨ ਲਈ ਸਾਡੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਅੱਜ ਤੱਕ ਉਹਨਾਂ ਨੇ ਸਾਡੇ ਸਾਰੇ ਵੱਖ-ਵੱਖ ਚੈਨਲਾਂ ਨੂੰ ਖੁੱਲ੍ਹ ਨਹੀਂ ਦਿੱਤੀ। ਸਿਰਫ ਮੋਨੋਪੋਲੀ ਕਰਕੇ ਇੱਕੋ ਹੀ ਵਿਸ਼ੇਸ਼ ਚੈਨਲ ਤੋਂ ਪ੍ਰਚਾਰ ਕਰਾਇਆ ਜਾਂਦਾ ਹੈ। ਨਾਲ ਹੀ ਨਾਲ ਜੇ ਅਸੀਂ ਹੋਰ ਇਸ ਨੂੰ ਇਮਾਨਦਾਰੀ ਨਾਲ ਕਹੀਏ ਤਾਂ ਕੀ ਕਾਰਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਡਾ ਵੱਡਾ ਬਜਟ ਹੈ, ਨਾ ਸਾਡੇ ਕੋਲੇ ਇੱਕ ਵੀ ਆਪਣੀ ਕਮੇਟੀ ਦਾ ਰੇਡੀਓ ਹੈ, ਨਾ ਇੱਕ ਵੀ ਟੀਵੀ ਚੈਨਲ ਹੈ। ਹੋਰ ਤਾਂ ਹੋਰ ਜਿਹੜਾ ਸਸਤੇ ਤੋਂ ਸਸਤਾ ਸਾਡੇ ਕੋਲੇ ਚੈਨਲ ਸ਼ੁਰੂ ਹੋ ਸਕਦਾ ਹੈ, ਜਿਹਨੂੰ ਵੈਬ ਚੈਨਲ ਕਿਹਾ ਜਾਂਦਾ ਹੈ, ਜਿਹਦੇ ਬਾਰੇ ਸਾਡੇ ਜਥੇਦਾਰ ਸਾਹਿਬ ਨੇ ਵੀ 1-2 ਵਾਰ ਇਸ਼ਾਰਾ ਕੀਤਾ ਹੈ, ਉਸ ਨੂੰ ਵੀ ਲੰਬੇ ਸਮੇਂ ਤੋਂ ਸ਼ੁਰੂ ਨਹੀਂ ਕੀਤਾ ਜਾ ਸਕਿਆ। ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਜਦੋਂ ਤੁਹਾਡੇ ਪੈਰਾਂ ਹੇਠ ਤੋਂ ਜ਼ਮੀਨ ਖਿਸਕਣ ਲੱਗ ਜਾਂਦੀ ਹੈ, ਤੁਸੀਂ ਉਦੋਂ ਯਾਦ ਕਰਦੇ ਹੋ ਕਿ ਧਰਮ ਪਰਿਵਰਤਨ ਹੋ ਰਿਹਾ ਹੈ। ਜਦੋਂ ਕਿ ਪਹਿਲਾਂ ਤੁਹਾਨੂੰ ਚਾਹੀਦਾ ਸੀ, ਕਿੰਨੇ ਤੁਸੀਂ ਅੰਮ੍ਰਿਤਧਾਰੀ ਲੋਕਾਂ ਨੂੰ ਆਪਣੀਆਂ ਸਿੱਖਿਆ ਸੰਸਥਾਵਾਂ ਦੇ ਵਿੱਚ ਮੁਫਤ ਸਿੱਖਿਆ ਦਿੰਦੇ ਹੋ। ਕਿੰਨੇ ਤੁਹਾਡੇ ਅੰਮ੍ਰਿਤਧਾਰੀ ਨੌਜਵਾਨ ਹੈ ਜਿਹੜੇ ਉਹ ਇਹ ਮੰਨਦੇ ਆ ਕਿ ਸਾਨੂੰ ਵਰਦੀਆਂ ਦਿੱਤੀਆਂ ਜਾਂਦੀਆਂ, ਸਾਨੂੰ ਨੌਕਰੀ ਦੇ ਵਿੱਚ ਸਿੱਖ ਸੰਸਥਾਵਾਂ ਦੇ ਵਿੱਚ ਪਹਿਲ ਦਿੱਤੀ ਜਾਂਦੀ ਹੈ। ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਕਰਾਂਗੇ ਤਾਂ ਕੁਦਰਤੀ ਹੈ ਜਿਹੜੇ ਲੋਕ ਇਸ ਕਿਸਮ ਦੀਆਂ ਚੀਜ਼ਾਂ ਨੂੰ ਕਰਨਗੇ, ਉਹਨਾਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜਨ ਦਾ ਮੌਕਾ ਮਿਲੂਗਾ। ਲਾਸਟ ਦੇ ਵਿੱਚ ਮੈਂ ਗੱਲ ਤੁਹਾਡੀ ਦੂਸਰੀ ਦਾ ਜਵਾਬ ਦਿੰਦਾ ਹੈ ਕਿ ਜਿਹੜੇ ਡੇਰੇ ਹੈ ਕਿ ਉਹ ਧਰਮ ਪਰਿਵਰਤਨ ਨਹੀਂ ਹੈ। ਹਾਂ, ਉਹ ਕਿਸੇ ਹੱਦ ਤੱਕ ਕਿਹਾ ਜਾ ਸਕਦਾ ਹੈ, ਪਰੰਤੂ ਉਹ ਕੋਈ ਆਪਣੇ ਆਪ ਦੇ ਵਿੱਚ ਮੁਕੰਮਲ ਧਰਮ ਨਹੀਂ ਹੈ। ਧਰਮ ਅਤੇ ਫਿਰਕੇ ਦੇ ਵਿੱਚ ਅੰਤਰ ਹੁੰਦਾ ਹੈ। ਧਰਮ ਉਹ ਹੁੰਦਾ ਹੈ ਜਿਹੜਾ ਦਾਰਸ਼ਨਿਕ ਤੌਰ ਤੇ ਸ੍ਰਿਸ਼ਟੀ ਦੀ ਵਿਆਖਿਆ ਕਰਦਾ ਹੈ, ਸ੍ਰਿਸ਼ਟੀ ਨੂੰ ਸਮਝਣ ਦਾ ਨਜ਼ਰੀਆ ਦਿੰਦਾ ਹੈ, ਸਮਾਜ ਨੂੰ ਬਦਲਣ ਲਈ ਦਰਜੇਬੰਦੀ ਦਿੰਦਾ ਹੈ। ਤੇ ਜਿਹੜਾ ਫਿਰਕਾ ਹੁੰਦਾ ਹੈ, ਫਿਰਕਾ ਕੁਝ ਕੁ ਪੱਖਾਂ ਨੂੰ ਲੈ ਕੇ, ਕੁਝ ਕੁ ਤੱਤਾਂ ਨੂੰ ਲੈ ਕੇ, ਬਾਕੀ ਚੀਜ਼ਾਂ ਉਹ ਵੱਡੇ ਧਰਮ ਵਾਲੀਆਂ ਰੱਖ ਲੈਂਦਾ ਹੈ, ਉਹਨਾਂ ਨੂੰ ਲੈ ਕੇ ਚੱਲਦਾ ਹੈ। ਮੈਨੂੰ ਲੱਗਦਾ ਹੈ ਕਿ ਜਿਹੜੇ ਬਹੁਤ ਸਾਰੇ ਡੇਰੇ ਹੈ ਉਹ ਸਿੱਖ ਧਰਮ ਨਾਲੋਂ ਵੱਖਰੇ ਜ਼ਰੂਰ ਹੈ, ਕਿਉਂਕਿ ਸਿੱਖ ਧਰਮ ਦੇ ਵਿੱਚ ਸਾਨੂੰ ਬਿਲਕੁਲ ਠੀਕ ਤਰੀਕੇ ਨਾਲ ਇਹ ਸਮਝਾਇਆ ਗਿਆ ਸੀ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹੈ। ਜਦੋਂ ਕਿਸੇ ਦੇਹਧਾਰੀ ਵਿਅਕਤੀ ਨੂੰ ਮੱਥਾ ਟੇਕਿਆ ਜਾਂਦਾ ਹੈ, ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ, ਉਸ ਨੂੰ ਡੇਰਾ ਕਿਹਾ ਜਾਂਦਾ ਹੈ, ਤਾਂ ਸਾਨੂੰ ਇਹ ਸਵੀਕਾਰ ਕਰ ਲੈਣਾ ਚਾਹੀਦਾ ਕਿ ਕਿਤੇ ਨਾ ਕਿਤੇ ਸਾਡੇ ਬੰਦਿਆਂ ਨੂੰ ਥਿੜਕਣ ਦਾ ਮੌਕਾ ਮਿਲ ਰਿਹਾ ਜਾਂ ਉਧਰ ਲਿਜਾਇਆ ਜਾ ਰਿਹਾ ਹੈ। ਉਹਨਾਂ ਨੂੰ ਆਪਣੇ ਕਲੇਵਰ ਵਿੱਚ ਕਿਵੇਂ ਲੈ ਕੇ ਆਉਣਾ ਹੈ, ਧੱਕੇ ਨਾਲ ਤਾਂ ਲਿਆਂਦਾ ਨਹੀਂ ਜਾ ਸਕਦਾ। ਧਰਮ ਨੂੰ ਵੋਟਾਂ ਨਾਲ ਜੋੜਾਂਗੇ, ਧਰਮ ਦਾ ਨੁਕਸਾਨ ਹੋਊਗਾ। ਧਾਰਮਿਕ ਸੰਸਥਾਵਾਂ ਵਿੱਚੋਂ ਬੈਠ ਕੇ ਰਾਜਨੀਤੀ ਕਰਾਂਗੇ, ਧਰਮ ਦਾ ਨੁਕਸਾਨ ਹੋਊਗਾ। ਇਹਦਾ ਨੁਕਸਾਨ ਅੱਜ ਜਦੋਂ ਸਾਡੇ ਸਾਹਮਣੇ ਆਉਣ ਲੱਗਿਆ ਤਾਂ ਸਾਨੂੰ ਇਹ ਵੀ ਯਾਦ ਆਉਣ ਲੱਗਿਆ ਕਿ ਕਿਤੇ ਅਸੀਂ ਇੰਨੇ ਲੇਟ ਨਾ ਹੋ ਜਾਈਏ ਕਿ ਉਸ ਤੋਂ ਬਾਅਦ ਪਛਤਾਈਏ। ਸੁਖਵਿੰਦਰ ਸਿੰਘ ਸਾਹਿਬ, ਇੱਕ ਸਵਾਲ ਹੋਰ ਉੱਠਦਾ ਹੈ ਕਿ ਧਰਮ ਨੂੰ ਖਤਰਾ ਸਿਰਫ ਸਿੱਖਾਂ ਨੂੰ ਹੀ ਕਿਉਂ, ਕਿ ਹਿੰਦੂ ਧਰਮ ਨੂੰ ਖਤਰਾ ਨਹੀਂ ਈਸਾਈ ਧਰਮ ਤੋਂ ਜਾਂ ਹੋਰ ਜਿਹੜੇ ਧਰਮ ਤਬਦੀਲੀ ਕਰਾਉਂਦੇ ਨੇ ਉਹਨਾਂ ਤੋਂ, ਸਿਰਫ ਸਿੱਖਾਂ ਦੀ ਗੱਲ ਕਿਉਂ ਹੁੰਦੀ ਹੈ? ਦੇਖੋ, ਗੱਲ ਇਹ ਹੁੰਦੀ ਹੈ ਕਿ ਬਹੁਤ ਸਾਰੇ ਧਰਮਾਂ ਦੇ ਵਿੱਚ ਤਬਦੀਲੀ ਦਾ ਜ਼ਾਹਰਾ ਤੌਰ ਤੇ ਪਤਾ ਨਹੀਂ ਲੱਗਦਾ। ਸਿੱਖ ਧਰਮ ਇੱਕ ਐਸਾ ਧਰਮ ਹੈ ਜਿਹਦੇ ਜਿਹੜੇ ਨਿਸ਼ਾਨ ਹੈ ਉਹ ਵਿਜੀਬਲ ਹੈ, ਉਹ ਸਾਹਮਣੇ ਨਜ਼ਰ ਆਉਂਦੇ ਆ, ਸਾਹਮਣੇ ਦਿਖਦੇ ਆ। ਜਿੱਥੋਂ ਤੱਕ ਰਹੀ ਖਤਰੇ ਦੀ ਗੱਲ, ਮੈਨੂੰ ਇਹ ਲੱਗਦਾ ਹੈ ਕਿ ਅੱਜ ਸਿੱਖ ਧਰਮ ਨੂੰ ਉਸ ਕਿਸਮ ਦਾ ਖਤਰਾ ਨਹੀਂ ਹੈ ਜਿੰਨਾ ਖਤਰਾ ਰਾਜਨੀਤਿਕ ਲੋੜਾਂ ਵਿੱਚੋਂ ਉਪਜਿਆ ਹੋਇਆ, ਜਿੰਨਾ ਖਤਰਾ ਬਣਾ ਕੇ ਦਿਖਾਇਆ ਜਾ ਰਿਹਾ ਹੈ। ਅਸੀਂ ਬਹੁਤ ਸਾਰੀ ਸਾਡੀ ਜਿਹੜੀ ਕੌਮ ਦੇ ਵਿੱਚ, ਧਰਮ ਦੇ ਵਿੱਚ ਬੰਦਾ ਕਿਵੇਂ ਜਾਂਦਾ ਹੈ?
ਧਰਮ ਦੇ ਵਿੱਚ ਜਾਣ ਦੇ ਦੋ ਤਰੀਕੇ ਹੈ। ਜਾਂ ਤਾਂ ਤੁਸੀਂ ਜਨਮ ਲੈ ਕੇ ਕਿਸੇ ਦੂਜੇ ਧਰਮ ਦੇ ਵਿੱਚ ਚਲੇ ਜਾਂਦੇ ਹੋ, ਤੁਹਾਡੇ ਮਾਂ ਪਿਓ ਹਿੰਦੂ ਧਰਮ ਦੇ ਵਿੱਚ ਹੈ, ਮਾਂ ਪਿਓ ਜੈਨੀ ਧਰਮ ਦੇ ਵਿੱਚ ਹੈ, ਮਾਂ ਪਿਓ ਬੋਧੀ ਧਰਮ ਦੇ ਵਿੱਚ ਹੈ, ਜਾਂ ਮਾਂ ਪਿਓ ਸਿੱਖ ਧਰਮ ਦੇ ਵਿੱਚ ਹੈ। ਜਿਸ ਦੇ ਵਿੱਚ ਤੁਸੀਂ ਜਨਮ ਲਓਗੇ ਉਸ ਧਰਮ ਦੇ ਵਿੱਚ ਤੁਸੀਂ ਆਟੋਮੈਟਿਕਲੀ ਚਲੇ ਜਾਓਗੇ। ਇਸੇ ਤਰੀਕੇ ਨਾਲ ਜਿਹੜਾ ਸਿੱਖ ਧਰਮ ਹੈ, ਸਿੱਖ ਧਰਮ ਦੇ ਵਿੱਚ ਕੀ ਹੋਇਆ ਕਿ ਅਸੀਂ ਅਜੇ ਤੱਕ ਵੀ ਇਹ ਡਿਫਾਈਨ ਨਹੀਂ ਕਰ ਸਕੇ ਕਿ ਅਸੀਂ ਸਿੱਖ, ਗੁਰਸਿੱਖ ਅਤੇ ਸਹਿਜਧਾਰੀ ਸਿੱਖ ਨੂੰ ਕਿਹੜਾ ਸਥਾਨ ਦੇਣਾ। ਕੀ ਉਹ ਵਿਅਕਤੀ ਸਾਡੇ ਕਲੇਵਰ ਵਿੱਚ ਰਹਿਣਗੇ? ਅਸੀਂ ਬਹੁਤ ਸਾਰੇ ਵਿਅਕਤੀਆਂ ਨੂੰ ਪਿਛਲੇ ਦਿਨਾਂ ਦੇ ਵਿੱਚ ਆਪਣੇ ਵਿਚਾਰ ਨਾਲ ਜੁੜੇ ਹੋਣ ਦੇ ਬਾਵਜੂਦ ਪਾਸੇ ਕਰਤਾ। ਅੱਜ ਅਸੀਂ ਕਹਿੰਦੇ ਆ ਕਿ ਈਸਾਈ ਕਹਿੰਦੇ ਆ ਕਿ ਤੁਹਾਨੂੰ ਆਪਣਾ ਸਰੂਪ ਬਦਲਣ ਦੀ ਲੋੜ ਨਹੀਂ, ਤੁਸੀਂ ਸਾਡੇ ਵਿੱਚ ਰਲੋ। ਸਾਡੇ ਸਿੰਧੀ ਸਿੱਖ ਸੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਦੇ ਸੀ, ਅਸੀਂ ਹੌਲੀ ਹੌਲੀ ਉਹਨਾਂ ਤੋਂ ਦੂਰ ਹੋ ਗਏ। ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਜਿਹੜੀਆਂ ਪੰਜਾਬੀ ਪੜ੍ਹਦੀਆਂ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੀਆਂ ਸੀ, ਉਹ ਕਿਤੇ ਨਾ ਕਿਤੇ ਸਾਡੇ ਤੋਂ ਦੂਰ ਹੁੰਦੀਆਂ ਗਈਆਂ, ਕਿਉਂਕਿ ਅਸੀਂ ਡੈਮੋਕ੍ਰੇਸੀ ਦੀ ਜ਼ਰੂਰਤ ਵੋਟ ਹੁੰਦੀ ਹੈ, ਉਸ ਵੋਟ ਦੇ ਵਿੱਚ ਕੰਸੋਲੀਡੇਸ਼ਨ ਇਸ ਕਿਸਮ ਦੀ ਸ਼ੁਰੂ ਕੀਤੀ ਕਿ ਆਪਣੇ ਆਪ ਨੂੰ ਰਾਜਨੀਤੀ ਧਰਮ ਨੂੰ ਨਾਲ ਜੋੜਦੇ ਜੋੜਦੇ ਅਸੀਂ ਧਰਮ ਦਾ ਨੁਕਸਾਨ ਕਰਾ ਲਿਆ। ਇੱਥੇ ਮੈਂ ਇੱਕ ਛੋਟੀ ਜੀ ਗੱਲ ਹੋਰ ਤੁਹਾਨੂੰ ਦੱਸਣੀ ਚਾਹੁੰਦਾ ਹੈ। ਆਸਟ੍ਰੇਲੀਆ ਤੋਂ ਇੱਕ ਮੇਰਾ ਦੋਸਤ ਆਇਆ, ਉਸਨੇ ਮੈਨੂੰ ਕਿਹਾ ਕਿ ਸਾਨੂੰ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਵੋਟਾਂ ਹੁੰਦੀਆਂ ਇਸ ਕਰਕੇ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਕਿ ਤੁਹਾਡੇ ਸਿਰ ਮੁੰਨੇ ਹੋਏ ਆ, ਸਾਨੂੰ ਨਾ ਹੀ ਉੱਥੇ ਮੈਂਬਰ ਬਣਾਇਆ ਜਾਂਦਾ ਹੈ। ਪਰ ਜਦੋਂ ਹੀ ਗੁਰਪੁਰਬ ਹੁੰਦਾ ਹੈ, ਗਿਣਤੀ ਵਧਾਉਣ ਵਾਸਤੇ ਸਾਨੂੰ ਕਿਹਾ ਜਾਂਦਾ ਹੈ ਕਿ ਪੀਲੇ ਪਟਕੇ ਬੰਨ੍ਹ ਕੇ ਆਓ, ਅਸੀਂ ਜਲੂਸ ਦਾ ਹਿੱਸਾ ਬਣ ਜਾਂਦੇ ਹਾਂ। ਮੇਰਾ ਮਤਲਬ ਇਹ ਹੈ ਕਿ ਸਾਨੂੰ, ਸਾਡੇ ਜਥੇਦਾਰ ਸਾਹਿਬ ਨੂੰ ਅਪੀਲ ਹੈ ਕਿ ਸਾਨੂੰ ਇਹਨਾਂ ਚੀਜ਼ਾਂ ਤੋਂ ਬਾਹਰ ਆਉਣਾ ਚਾਹੀਦਾ ਹੈ। ਸਾਨੂੰ ਕਲੀਅਰ ਹੋਣਾ ਚਾਹੀਦਾ ਹੈ ਕਿ ਇੱਕ ਗੁਰਸਿੱਖ ਦੇ ਵਿੱਚ ਸਾਰੇ ਹਿੰਦੂ ਧਰਮ ਵਾਲੇ ਬੰਦੇ ਜਨੇਊ ਨਹੀਂ ਪਾਉਂਦੇ, ਉਵੇਂ ਜਿਵੇਂ ਸਾਰੇ ਸਿੱਖ ਕਿਰਪਾਨ ਨਹੀਂ ਪਾਉਂਦੇ। ਸਾਨੂੰ ਇਹਨਾਂ ਗੱਲਾਂ ਬਾਰੇ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਹੈ ਤਾਂ ਕਿ ਸਾਨੂੰ ਪਤਾ ਲੱਗੇ। ਸਾਡੇ ਲੋਕ ਜਾਤ ਪਾਤ ਦੇ ਵਿੱਚ ਯਕੀਨ ਨਾ ਕਰਨ ਜੋ ਗੁਰੂ ਦਾ ਸੰਦੇਸ਼ ਹੈ। ਸਾਡੇ ਲੋਕ ਸਿੱਖ ਪੰਥ ਨੂੰ ਚਲਾਉਣ ਵਾਲੀ ਪਾਰਟੀ ਕਹਿ ਕੇ ਇੱਕ ਦੂਜੇ ਨਾਲ ਲੜਾਈ ਵਾਲੇ ਮਸਲਿਆਂ 'ਚ ਨਾ ਪੈਣ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਹ ਕੁਝ ਚੀਜ਼ਾਂ ਜਦੋਂ ਇਹਨਾਂ ਨੂੰ ਵਿਚਾਰਿਆ ਜਾਂਦਾ ਹੈ, ਬਾਹਰਲੇ ਲੋਕਾਂ ਤੋਂ ਆਪਣੇ ਆਪ ਨੂੰ ਅਲੱਗ ਕਰਨ ਲਈ ਕਿਹਾ ਜਾਂਦਾ ਹੈ ਕਿ ਸਿੱਖ ਧਰਮ ਨੂੰ ਖਤਰਾ ਹੈ, ਆ ਜਾਓ ਤੁਸੀਂ ਇੱਕ ਝੰਡੇ ਹੇਠਾਂ ਇਕੱਠੇ ਹੋਈਏ ਆਪਾਂ ਤੇ ਅਸੀਂ ਸਿੱਖ ਪੰਥ ਨੂੰ ਬਚਾਵਾਂਗੇ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਹ ਗੱਲ ਓਨੀ ਠੀਕ ਨਹੀਂ ਹੈ। ਸਾਨੂੰ ਵਿਸ਼ਾਲ ਹਿਰਦੇ ਨਾਲ ਸੋਚਣਾ ਚਾਹੀਦਾ ਹੈ। ਸਾਡੇ ਕੋਲੇ ਪਵਿੱਤਰ ਗ੍ਰੰਥ ਹੈ, ਪਵਿੱਤਰ ਵਿਚਾਰਧਾਰਾ ਹੈ, ਉਹਨਾਂ ਸਾਰੀਆਂ ਚੀਜ਼ਾਂ ਨੂੰ ਬੜੀ ਨੇਕ ਨੀਤੀ ਨਾਲ, ਸਵੱਛਤਾ ਨਾਲ ਸਮਝਣਾ ਚਾਹੀਦਾ ਹੈ। ਜਦੋਂ ਸਾਡੇ ਕੋਲੇ ਵੱਖ-ਵੱਖ ਖਿੱਤਿਆਂ ਦੇ ਵਿੱਚੋਂ ਭਗਤ ਆਏ, ਸਾਡੇ ਕੋਲੇ ਸੂਫੀ ਆਏ, ਉਹਨਾਂ ਦੀ ਬਾਣੀ ਨੂੰ ਅਸੀਂ ਪਵਿੱਤਰ ਗ੍ਰੰਥ ਦੇ ਵਿੱਚ ਸ਼ਾਮਲ ਕੀਤਾ, ਉਹਨਾਂ ਦੇ ਵਿਚਾਰਾਂ ਨੂੰ ਸ਼ਾਮਲ ਕੀਤਾ, ਤਾਂ ਸਾਡੇ ਸਿੱਖ ਧਰਮ ਨੂੰ ਕੋਈ ਖਤਰਾ ਨਹੀਂ ਹੋਇਆ। ਹੁਣ ਸਾਨੂੰ ਖਤਰਾ ਕਿਸ ਗੱਲ ਦਾ ਹੋਣ ਲੱਗ ਰਿਹਾ ਜਾ ਰਿਹਾ ਹੈ? ਕਿਉਂਕਿ ਅਸੀਂ ਕਿਤੋਂ ਨਾ ਕਿਤੋਂ ਆਪਣੇ ਆਪ ਦੇ ਮਨ ਦੇ ਵਿੱਚ ਕੱਚੇ ਪੈ ਰਹੇ ਹਾਂ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਉਸ ਵਿਚਾਰ ਨੂੰ ਪ੍ਰਚਾਰ ਦੀ ਲੋੜ ਹੈ, ਜਿਹੜਾ ਬਹੁਤ ਮਹੱਤਵਪੂਰਨ ਸੀ। ਉਹਨੂੰ ਕਦੇ ਇਸ ਤਰੀਕੇ ਨਾਲ ਨਹੀਂ ਦੇਖਣਾ ਚਾਹੀਦਾ ਕਿ ਜੇ ਅੱਜ ਸਿੱਖ ਬੀਜੇਪੀ ਦੇ ਵਿੱਚ ਚਲਿਆ ਗਿਆ, ਅੱਜ ਸਿੱਖ ਕਾਂਗਰਸ ਦੇ ਵਿੱਚ ਚਲਿਆ ਗਿਆ ਤਾਂ ਉਹ ਸਿੱਖ ਨਹੀਂ ਰਿਹਾ। ਸਿੱਖ ਕੇਵਲ ਉਹੀ ਨਹੀਂ ਜਿਹੜੇ ਅਕਾਲੀ ਦਲ ਦੇ ਵਿੱਚ ਰਹਿਣ। ਇਸ ਕਰਕੇ ਮੈਨੂੰ ਐ ਲੱਗਦਾ ਕਿ ਇਹਨਾਂ ਵੰਡੀਆਂ ਤੋਂ ਸਾਨੂੰ ਅੱਗੇ ਜਾਣਾ ਚਾਹੀਦਾ ਹੈ। ਅਸੀਂ ਕੀ ਕਰ ਰਹੇ ਹਾਂ? ਸਿੱਖ ਧਰਮ ਨੂੰ ਵਿਸ਼ਾਲ ਕਰਨ ਦੀ ਬਜਾਏ ਸਾਡੇ ਸੰਕੀਰਨ ਦ੍ਰਿਸ਼ਟੀਕੋਣ ਨੇ ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਕਰ ਦਿੱਤੀ, ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਾਡਾ ਰਿਸ਼ਤਾ ਨਹੀਂ ਰਿਹਾ। ਇਵੇਂ ਜਿਵੇਂ ਬਾਕੀ ਸਟੇਟਾਂ ਦੇ ਨਾਲੋਂ ਵੀ ਜੇ ਇਹੀ ਹਾਲ ਰਿਹਾ, ਸਾਡਾ ਰਿਸ਼ਤਾ ਟੁੱਟਦਾ ਰਹੂਗਾ। ਇਹਨਾਂ ਚੀਜ਼ਾਂ ਤੇ ਬਹੁਤ ਗੰਭੀਰਤਾ ਨਾਲ ਸਾਡੇ ਨੇਤਾਵਾਂ ਨੂੰ ਸਮਝਣ ਦੀ, ਜਾਣਨ ਦੀ, ਵਿਚਾਰ ਕਰਨ ਦੀ ਜ਼ਰੂਰਤ ਹੈ। ਸੁਖਵਿੰਦਰ, ਈਸਾਈਅਤ ਦੇ ਨਾਲ ਸਿਰਫ ਪੰਜਾਬ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾਂਦਾ? ਜਦੋਂ ਆਪਾਂ ਦੇਖਦੇ ਹਾਂ ਸੰਧੂ ਸਾਹਿਬ ਕਿ ਪੰਜਾਬ ਦੇ ਬਹੁ ਗਿਣਤੀ ਜਿਹੜੇ ਸਿੱਖ ਨੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਵਸਦੇ ਨੇ, ਜਿੱਥੇ ਈਸਾਈਅਤ ਦਾ ਵੱਡੇ ਪੱਧਰ ਤੇ ਬੋਲਬਾਲਾ ਹੈ, ਉਹਨਾਂ ਦੇ ਇੰਸਟੀਟਿਊਸ਼ਨ ਦੇ ਵਿੱਚ ਪੜ੍ਹਦੇ ਵੀ ਨੇ, ਉਹਨਾਂ ਦੇ ਵਿੱਚ ਰਹਿੰਦੇ ਵੀ ਨੇ, ਉੱਥੋਂ ਕੋਈ ਇਹੋ ਜਿਹੀ ਧਰਮ ਤਬਦੀਲੀ ਦੀ ਗੱਲ ਸਾਹਮਣੇ ਨਹੀਂ ਆਉਂਦੀ ਜਿੰਨੀ ਪੰਜਾਬ 'ਚ ਆਉਂਦੀ ਹੈ। ਕੀ ਇਹਦੇ ਕੋਈ ਹੋਰ ਕਾਰਨ ਵੀ ਸਮਝੇ ਜਾਣ, ਆਰਥਿਕ, ਸਮਾਜਿਕ ਜਾਂ ਹੋਰ ਕਾਰਨ? ਇਹਦੇ ਸਮਾਜਿਕ ਕਾਰਨ ਬਿਲਕੁਲ ਜ਼ਾਹਰਾ ਤੌਰ ਤੇ ਹੈ। ਪੰਜਾਬ ਇੱਕ ਇਹੋ ਜਿਹਾ ਖਿੱਤਾ ਹੈ ਜਿਸ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਸ਼ਡਿਊਲ ਕਾਸਟ ਕਹਿ ਸਕਦੇ ਹਾਂ ਜਾਂ ਦਲਿਤ ਭਾਈਚਾਰਾ ਕਹਿ ਸਕਦੇ ਹਾਂ, ਉਹਨਾਂ ਦੀ ਨੂਮੈਰੀਕਲ ਸਟਰੈਂਥ ਸ਼ਾਇਦ ਹਿੰਦੁਸਤਾਨ 'ਚੋਂ ਸਭ ਤੋਂ ਜ਼ਿਆਦਾ। ਬਾਵਜੂਦ ਸਾਰੀਆਂ ਗੱਲਾਂ ਦੇ ਬਾਵਜੂਦ ਸਿਧਾਂਤਕ ਤੌਰ ਤੇ ਸਿੱਖ ਧਰਮ ਦੇ ਵਿੱਚ ਜਿਹੜੇ ਸਾਰੇ ਲੋਕਾਂ ਨੂੰ ਆਪਣੇ ਭਾਈ ਸਮਝਣ ਦੇ, ਅਸੀਂ ਉਹ ਦਰਜੇਬੰਦੀ ਸਮਾਪਤ ਕਰਨ ਦੇ ਵਿੱਚ ਕਾਮਯਾਬ ਨਹੀਂ ਰਹੇ। ਅਸੀਂ ਜੱਟ ਸਿੱਖ, ਭਾਪਾ ਸਿੱਖ, ਮਜ਼੍ਹਬੀ ਸਿੱਖ, ਨਾਈ ਸਿੱਖ, ਸ਼ਿੰਬਾ ਸਿੱਖ, ਅੱਡ-ਅੱਡ ਇਸ ਕਿਸਮ ਦੀਆਂ ਕੈਟਾਗਰੀਆਂ ਬਣਾ ਲਈਆਂ। ਮੈਨੂੰ ਇਹ ਲੱਗਦਾ ਹੈ ਕਿ ਜਦੋਂ ਤੁਸੀਂ ਕਿਸੇ ਆਪਣੇ ਸਾਥੀ ਨੂੰ
ਉਹ ਰਿਸਪੈਕਟੇਬਲ ਥਾਂ ਨਹੀਂ ਦਿਓਗੇ, ਬਰਾਬਰੀ ਨਹੀਂ ਦਿਓਗੇ, ਤੁਸੀਂ ਸ਼ਮਸ਼ਾਨ ਘਾਟ ਅਲੱਗ ਕਰੋਗੇ, ਤੁਸੀਂ ਗੁਰਦੁਆਰਾ ਸਾਹਿਬ ਅਲੱਗ ਕਰੋਗੇ, ਤੁਸੀਂ ਉਹਨਾਂ ਨੂੰ ਸਮਾਜਿਕ ਤੌਰ ਤੇ ਦਰਜੇਬੰਦੀ, ਮੈਂ ਪੂਰਨ ਤੌਰ ਤੇ ਨਹੀਂ ਕਹਿੰਦਾ ਕਿਉਂਕਿ ਪੰਜਾਬ ਦੇ ਵਿੱਚ ਹੋਰ ਬਾਕੀ ਰਾਜਾਂ ਵਾਂਗ ਉਸ ਕਿਸਮ ਦੀ ਛੂਤ-ਛਾਤ ਨਹੀਂ ਹੈ। ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਨਾਲ ਉਸ ਕਿਸਮ ਦਾ ਵਿਰੋਧ ਨਹੀਂ ਹੈ, ਪਰ ਇਸ ਦੇ ਵੀ ਬਾਵਜੂਦ ਕਿਤੇ ਨਾ ਕਿਤੇ ਬਰੀਕ ਲਕੀਰ ਜ਼ਰੂਰ ਹੈ ਜਿਹੜੀ ਵੰਡੀਆਂ ਪਾਉਂਦੀ ਹੈ। ਤੇ ਜਦੋਂ ਤੁਸੀਂ ਵੰਡੀ ਪਾਉਣੇ ਹੋ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਜਾਣ ਦਾ ਸੌਖਾ ਰਸਤਾ ਲੱਭਦਾ ਹੈ। ਕੁਝ ਲੋਕ ਹੈ ਜਿਹੜੇ ਉਹ ਲੋਕਲ ਡੇਰਿਆਂ ਵੱਲ ਚਲੇ ਜਾਂਦੇ ਹੈ। ਤੁਸੀਂ ਸਾਰੇ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਅੱਛੇ ਤਰੀਕੇ ਨਾਲ ਦੇਖ ਸਕਦੇ ਹੋ ਕਿ ਵੱਖ-ਵੱਖ ਫਿਰਕਿਆਂ ਤੇ ਜਾਤਾਂ ਨਾਲ ਸੰਬੰਧਿਤ ਸਮਾਜ ਦੀਆਂ ਵੰਡੀਆਂ ਪਾ ਕੇ ਅੱਡ-ਅੱਡ ਜਾਤਾਂ ਧਰਮਾਂ ਦੇ ਡੇਰੇ ਬਣੇ ਹੋਏ ਹੈ। ਇਸੇ ਤਰੀਕੇ ਨਾਲ ਜਿਹੜੇ ਈਸਾਈ ਹੈ ਉਹਨਾਂ ਨੂੰ ਵੀ ਉਸ ਡੇਰੇ ਵਾਂਗ ਆਪਣਾ ਪ੍ਰਚਾਰ ਪ੍ਰਸਾਰ ਕਰਨ ਦਾ ਇੱਕ ਖੁੱਲਾ ਜਗ੍ਹਾ ਮਿਲਦੀ ਹੈ ਤੇ ਨੈਚੁਰਲੀ ਕੁਦਰਤੀ ਤੌਰ ਤੇ ਉਸ ਜਗ੍ਹਾ ਦੇ ਵਿੱਚ ਉਹ ਆਪਣਾ ਪ੍ਰਚਾਰ ਪ੍ਰਸਾਰ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹੈ ਤੇ ਇਹ ਜ਼ਰਾ ਤੌਰ ਤੇ ਨਜ਼ਰ ਵੀ ਆ ਰਿਹਾ ਹੈ। ਸੁਖਵਿੰਦਰ, ਮੇਰੇ ਇਸ ਸਵਾਲ ਦਾ ਜਵਾਬ ਮੈਨੂੰ ਮੁਕੰਮਲ ਮਿਲਦਾ ਨਜ਼ਰ ਨਹੀਂ ਆਉਂਦਾ। ਸੰਧੂ ਸਾਹਿਬ ਥੋੜਾ ਹੋਰ ਖੋਲਿਓ। ਜਦੋਂ ਮੈਂ ਗੱਲ ਕਰਦਾ ਕਿ ਵਿਦੇਸ਼ਾਂ ਦੇ ਵਿੱਚ ਗਏ ਪੰਜਾਬੀ ਉਹ ਈਸਾਈਅਤ ਦੇ ਪ੍ਰਭਾਵ ਥੱਲੇ ਕਿਉਂ ਨਹੀਂ ਆਉਂਦੇ, ਸਿਰਫ ਸਾਡੇ ਪੰਜਾਬੀ ਪੰਜਾਬ ਦੇ ਵਿੱਚ ਰਹਿਣ ਵਾਲੇ ਕਿਉਂ ਆਉਂਦੇ ਨੇ? ਕਿਉਂਕਿ ਮੈਂ ਇਹ ਸਵਾਲ ਬਾਰ-ਬਾਰ ਇਸ ਕਰਕੇ ਕਰ ਰਿਹਾ ਕਿ ਉੱਥੇ ਹਰ ਪਾਸੇ ਜਿਹੜਾ ਪਰਛਾਵਾਂ ਈਸਾਈਅਤ ਦਾ, ਤੇ ਤੁਸੀਂ ਫਿਰ ਵੀ ਆਪਾਂ ਇਸ ਗੱਲ ਤੋਂ ਇਨਕਾਰੀ ਨਹੀਂ ਨਾ ਹੋ ਸਕਦੇ। ਜਾਤੀਵਾਦ ਜੇ ਇੱਥੇ ਆ ਤੇ ਬਾਹਰਲੇ ਮੁਲਕਾਂ 'ਚ ਵੀ ਪੰਜਾਬੀਆਂ ਨੇ ਬਹੁਤ ਵੱਡੇ ਪੱਧਰ ਤੇ ਜਾਤੀਵਾਦ ਨੂੰ ਹੁੰਗਾਰਾ ਦਿੱਤਾ ਆ। ਨਹੀਂ, ਮੈਂ ਇਹ ਸਵਾਲ ਦਾ ਤੁਹਾਡੇ ਦਾ ਜਵਾਬ ਤੁਹਾਡੇ ਮਤਲਬ ਸਵਾਲ 'ਚ ਹੀ ਪਿਆ ਹੈ। ਬਾਹਰਲੇ ਮੁਲਕਾਂ ਦੇ ਵਿੱਚ ਜਾਤੀਵਾਦ ਜਿੰਨਾ ਮਰਜ਼ੀ ਹੋਵੇ, ਜਦੋਂ ਕੋਈ ਬੰਦਾ ਵੀਜ਼ਾ ਲਗਵਾ ਕੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਦੀ ਧਰਤੀ ਤੇ ਉਤਰ ਜਾਂਦਾ ਹੈ, ਉੱਥੇ ਉਸ ਦੀ ਜਾਤ ਪਿੱਛੇ ਰਹਿ ਜਾਂਦੀ ਹੈ। ਉੱਥੇ ਉਸ ਨੂੰ ਕੰਮ ਦੇ ਵਿੱਚ, ਉੱਥੇ ਉਸ ਨੂੰ ਸਰਕਾਰੀ ਸਹੂਲਤਾਂ ਦੇ ਵਿੱਚ, ਉੱਥੇ ਉਸ ਨੂੰ ਜਾਤ ਕਰਕੇ ਛੋਟਾ ਵੱਡਾ ਨਹੀਂ ਮੰਨਿਆ ਜਾਂਦਾ। ਉੱਥੇ ਉਸ ਦਾ ਕੰਪੀਟੀਸ਼ਨ ਉਸ ਕਿਸਮ ਨਾਲ ਨਹੀਂ ਹੈ। ਇਸ ਕਰਕੇ ਜਿਹੜਾ ਪ੍ਰਚਾਰ ਪ੍ਰਸਾਰ ਹੈ ਉੱਥੇ ਉਸ ਕਿਸਮ ਨਾਲ ਨਹੀਂ ਹੁੰਦਾ, ਨਾ ਹੀ ਉਸ ਕਿਸਮ ਨਾਲ ਨਜ਼ਰ ਆਉਂਦਾ। ਇਸ ਕਰਕੇ ਜਿਹੜਾ ਸਾਡੇ ਧਰਮ ਹੈ, ਸਾਡੇ ਹਿੰਦੁਸਤਾਨੀ ਧਰਮਾਂ ਨਾਲੋਂ ਕ੍ਰਿਸਚੀਅਨ ਰਿਲੀਜਨ ਦਾ ਇਹ ਫਰਕ ਹੈ ਕਿ ਉੱਥੇ ਰਿਲੀਜਨ ਹੈ ਜਿਹੜਾ ਉਸ ਕਿਸਮ ਨਾਲ ਉਹਨਾਂ ਦੀ ਡੇ ਟੂ ਡੇ ਲਾਈਫ ਦਾ ਪਾਰਟ ਨਹੀਂ ਬਣਦਾ। ਮੈਨੂੰ ਨਹੀਂ ਲੱਗਦਾ ਕਿ ਬਹੁਤ ਸਾਰੇ ਚਰਚਾਂ ਦੇ ਵਿੱਚ ਲੋਕ ਹਰ ਰੋਜ਼ ਸਵੇਰੇ ਜਾਂਦੇ ਹੋਣਗੇ। ਸਾਡੇ ਧਰਮ ਦੀ ਪਰੰਪਰਾ ਹੈ, ਸਾਡੇ ਬਹੁਤ ਸਾਰੇ ਲੋਕ ਨਿਤਨੇਮ ਕਰਨ ਜਾਂ ਬਾਕੀ ਚੀਜ਼ਾਂ ਨਾਲ ਜਾਂਦੇ ਆ। ਉੱਥੇ ਬਹੁਤ ਸਾਰੇ ਚਰਚ ਦੇਖੇ ਆ ਜਿਹੜੇ ਉਹ ਸਿਰਫ ਵੀਕਐਂਡ ਤੇ ਖੁੱਲਦੇ ਆ। ਸਾਡੀ ਦਰਜੇਬੰਦੀ ਜਿਹੜੀ ਪੰਜਾਬੀ ਸਮਾਜ ਦੀ ਦਰਜੇਬੰਦੀ ਹੈ ਉਹ ਵੱਖਰੀ ਕਿਸਮ ਦੀ ਹੈ। ਪੰਜਾਬੀ ਸਮਾਜ ਦੀ ਦਰਜੇਬੰਦੀ ਦੇ ਵਿੱਚ ਬੰਦਿਆਂ ਦਾ ਪੜਤਾੜਨ ਕੀਤਾ ਜਾਂਦਾ ਹੈ। ਭਾਰਤ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਸਾਨੂੰ ਕਈ ਵਾਰੀ ਖਬਰਾਂ ਮਿਲਦੀਆਂ ਹੈ। ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਆ ਰਹੀ ਸੀ ਮੀਡੀਆ ਦੇ ਵਿੱਚ ਕਿ ਇੱਕ ਦਲਿਤ ਭਾਈਚਾਰੇ ਦਾ ਸ਼ਮਸ਼ਾਨ ਘਾਟ ਹੈ, ਉੱਥੇ ਜਾਣ ਲਈ ਰਸਤਾ ਨਹੀਂ ਹੈ। ਇਸ ਕਿਸਮ ਦੀਆਂ ਵੰਡੀਆਂ ਤੁਹਾਨੂੰ ਯੂਰਪ ਜਾਂ ਹੋਰ ਡਿਵੈਲਪ ਮੁਲਕਾਂ ਦੇ ਵਿੱਚ, ਜਿਨ੍ਹਾਂ ਦਾ ਵੱਲ ਤੁਸੀਂ ਇਸ਼ਾਰਾ ਕਰ ਰਹੇ ਹੋ, ਉੱਥੇ ਨਹੀਂ ਮਿਲਦੀਆਂ। ਇਸ ਕਰਕੇ ਉੱਥੇ ਉਹਨਾਂ ਨੂੰ ਵਿਸ਼ੇਸ਼ ਕਿਸਮ ਦਾ ਕੋਈ ਪਰਿਵਰਤਨ ਦੀ ਲੋੜ ਨਹੀਂ ਪੈਂਦੀ। ਇੱਕ ਤਾਂ ਇਹ ਕਾਰਨ ਹੈ। ਨੰਬਰ 2, ਜਦੋਂ ਵੀ ਕੋਈ ਬੰਦਾ ਬਾਹਰ ਜਾਂਦਾ ਹੈ ਤਾਂ ਜਿਵੇਂ ਜਿਵੇਂ ਤੁਸੀਂ ਬਾਹਰ ਨਿਕਲੀ ਜਾਂਦੇ ਹੋ ਤਾਂ ਤੁਹਾਡੀ ਜਿਹੜੀ ਮਿਨੀਮਮ ਸਾਂਝ ਹੈ ਉਹ ਪੱਕੀ ਹੁੰਦੀ ਜਾਂਦੀ ਹੈ। ਜਦੋਂ ਤੁਸੀਂ ਬਾਹਰ ਵਿਦੇਸ਼ ਦੇ ਵਿੱਚ ਜਾਂਦੇ ਹੋ ਤਾਂ ਉੱਥੇ ਪਹਿਲੀ ਆਇਡੈਂਟੀਟੀ ਤੁਹਾਡੀ ਏਸ਼ੀਅਨ ਦੇ ਤੌਰ ਤੇ ਬਣਦੀ ਹੈ, ਫਿਰ ਤੁਹਾਡੀ ਆਇਡੈਂਟੀਟੀ ਭਾਰਤ ਦੇ ਤੌਰ ਤੇ ਬਣਦੀ ਹੈ, ਫਿਰ ਤੁਹਾਡੀ ਆਇਡੈਂਟੀਟੀ ਪੰਜਾਬੀ ਦੇ ਤੌਰ ਤੇ ਬਣਦੀ ਹੈ, ਫਿਰ ਕਈ ਵਾਰੀ ਮੋਗੇ ਵਾਲੇ, ਬਠਿੰਡੇ ਵਾਲੇ, ਜਲੰਧਰ ਵਾਲੇ, ਅੰਮ੍ਰਿਤਸਰ ਵਾਲੇ, ਇਦਾਂ ਦੀ ਆਇਡੈਂਟੀਟੀ ਬਣ ਜਾਂਦੀ ਹੈ। ਮੈਂ ਬਹੁਤ ਘੱਟ ਉੱਥੇ ਇਸ ਕਿਸਮ ਦੀ ਆਇਡੈਂਟੀਟੀ ਦੇਖੀ ਹੈ ਜਿਹਦੇ ਵਿੱਚ ਇਹ ਕਿਹਾ ਜਾਂਦਾ ਹੋਵੇ ਕਿ ਦਲਿਤ ਭਾਈਚਾਰਾ ਹੈ, ਰਾਮਗੜੀਆ ਭਾਈਚਾਰਾ ਹੈ। ਹਾਂ, ਇੰਗਲੈਂਡ ਦੇ ਵਿੱਚ ਇਹ ਜ਼ਰੂਰ ਦੇਖਣ ਨੂੰ ਮਿਲਦੀ ਹੈ। ਉੱਥੇ ਰਾਮਗੜੀਆਂ ਦਾ ਗੁਰਦੁਆਰਾ ਮੈਂ ਖੁਦ ਦੇਖਿਆ, ਲੰਡਨ ਦੇ ਵਿੱਚ ਹੈ। ਇਸ ਕਰਕੇ ਉੱਥੇ ਦਲਿਤ ਭਾਈਚਾਰੇ ਦਾ ਇੱਕ ਆਪਣਾ ਅੱਡ ਤੋਂ ਸਥਾਨ ਬਣਿਆ ਹੋਇਆ ਹੈ। ਪਰ ਉੱਥੇ ਇਹ ਦਰਜੇਬੰਦੀ ਉਨੀ ਸਿਗਨੀਫੀਕੈਂਟ ਨਹੀਂ ਹੈ ਜਿੰਨੀ ਹਿੰਦੁਸਤਾਨ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਹੈ, ਕਿਉਂਕਿ ਇੱਥੇ ਦਲਿਤ ਭਾਈਚਾਰੇ ਨੂੰ ਉਸ ਕਿਸਮ ਦੀਆਂ ਸਹੂਲਤਾਂ ਵਿਸ਼ੇਸ਼ ਤੌਰ ਤੇ ਕ੍ਰਿਸਚੀਅਨ ਜਿਹੜੇ ਸਕੂਲ ਹੈ, ਕ੍ਰਿਸਚੀਅਨ ਜਿਹੜੇ ਪਾਦਰੀ ਹੈ, ਕ੍ਰਿਸਚੀਅਨ ਧਰਮ ਦਾ ਪ੍ਰਚਾਰ ਕਰਨ ਵਾਲੇ ਹੈ, ਈਸਾਈ ਬਣਾਉਣ ਵਾਲੇ ਲੋਕ ਹੈ, ਉਹਨਾਂ ਵੱਲੋਂ ਮੁਹੱਈਆ ਕਰਾਈਆਂ ਜਾਂਦੀਆਂ। ਜਿਹੜੇ ਵਿਦੇਸ਼ੀ ਪਾਦਰੀ ਨੇ ਜਾਂ ਵਿਦੇਸ਼ਾਂ ਦੇ ਵਿੱਚ ਚਰਚ ਨੇ, ਉੱਥੋਂ ਸੰਧੂ ਸਾਹਿਬ ਉਹੋ ਜਿਹੀਆਂ ਵੀਡੀਓ ਸਾਹਮਣੇ ਨਹੀਂ ਆਉਂਦੀਆਂ ਜਿਵੇਂ ਦੀਆਂ ਸਾਡੇ ਪੰਜਾਬ ਚੋਂ ਸਾਹਮਣੇ ਆਉਂਦੀਆਂ ਨੇ। ਮੈਂ ਕਿਤੇ ਇਹ ਪੜ੍ਹ ਰਿਹਾ ਸੀਗਾ ਕਿ ਜਿਹੜਾ ਈਸਾਈ ਮਤ ਹੈ ਉਹ ਇਸ ਤਰ੍ਹਾਂ ਦੇ ਟੂਣੇ ਟੰਮਣੇ ਜਾਂ ਇਸ ਤਰ੍ਹਾਂ ਜਿਸ ਤਰੀਕੇ ਨਾਲ ਦਿਖਾਇਆ ਜਾਂਦਾ ਭੂਤ ਪ੍ਰੇਤ ਲੋਕਾਂ ਚੋਂ ਨਿਕਲ ਰਹੇ ਨੇ ਜਾਂ ਉਹ ਪ੍ਰਚਾਰ ਕੀਤਾ ਜਾਂਦਾ ਪੰਜਾਬ ਦੇ ਵਿੱਚ, ਉਹ ਇਸ ਤੋਂ ਕਿਨਾਰਾ ਕਰਦੇ ਨੇ ਜਿਹੜੇ ਈਸਾਈਅਤ, ਅਸਲ ਈਸਾਈਅਤ ਹੈ। ਫਿਰ ਇਹਨੂੰ ਕੀ ਸਮਝਿਆ ਜਾਵੇ ਕਿ ਇਹ ਜੋ ਈਸਾਈਅਤ ਦਾ ਪ੍ਰਚਾਰ ਪੰਜਾਬ ਦੇ ਵਿੱਚ ਹੋ ਰਿਹਾ ਹੈ, ਇਹ ਕੋਈ ਵੱਖਰੀ ਕਿਸਮ ਦੀ ਸਾਜ਼ਿਸ਼ ਹੈ ਕੋਈ? ਦੇਖੋ, ਗੱਲ ਇਹ ਹੈ ਕਿ ਜਿਹੜਾ ਹਰ ਧਰਮ ਹੁੰਦਾ ਹੈ
ਉਸ ਦੇ ਅੱਗੇ ਬਹੁਤ ਸਾਰੇ ਫਿਰਕੇ ਬਣ ਜਾਂਦੇ ਆ। ਉਹਨਾਂ ਨੂੰ ਸਮਝਣਾ, ਸੰਪਰਦਾਵਾਂ ਵੱਖ-ਵੱਖ ਬਣ ਜਾਂਦੀਆਂ। ਕਈ ਵਾਰੀ ਉਹ ਸਾਰਿਆਂ ਨੂੰ ਆਇਡੈਂਟੀਫਾਈ ਕਰਨਾ ਬਹੁਤ ਔਖਾ ਹੋ ਜਾਂਦਾ। ਉਦਾਹਰਨ ਵਜੋਂ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ, ਜਿਹੜਾ ਸਾਡੇ ਕੋਲੇ ਹੈ। ਸਾਡੇ ਈਵਨ ਦੈਨ ਪੰਜਾਬ ਦੇ ਬਹੁਤੇ ਸਿੱਖਾਂ ਨੂੰ ਸ਼ਾਇਦ ਨਾ ਪਤਾ ਹੋਵੇ ਜਿਹੜੇ ਸਿੱਖਾਂ ਦੇ ਫਿਰਕੇ ਕਹਿ ਲਓ ਜਾਂ ਸੰਪਰਦਾਵਾਂ ਕਹਿ ਲਓ ਕਿ ਦਮਦਮੇ ਟਕਸਾਲ ਹੈ ਜਿਹੜੀ ਉਹ ਸ਼੍ਰੋਮਣੀ ਕਮੇਟੀ ਨਾਲੋਂ ਰਹਿਤ ਮਰਿਆਦਾ ਦੇ ਵਿੱਚ ਕਿਵੇਂ ਵੱਖਰੀ ਹੈ। ਜਿਹੜੇ ਸਾਡੇ ਸਿੱਖ ਮਿਸ਼ਨਰੀ ਹੈ ਉਹ ਕਿਵੇਂ ਵੱਖਰੇ ਹੈ, ਨਾਨਕਸਰ ਵਾਲੇ ਕਿਵੇਂ ਵੱਖਰੇ ਹੈ, ਸੰਤ ਅਤਰ ਸਿੰਘ ਨਾਲ ਸੰਬੰਧ ਰੱਖਣ ਵਾਲੇ ਕਿਵੇਂ ਵੱਖਰੇ ਹੈ, ਨਾਮਧਾਰੀ ਸੰਪਰਦਾ ਕਿਵੇਂ ਵੱਖਰੀ ਹੈ। ਇਸ ਕਰਕੇ ਇਸੇ ਤਰੀਕੇ ਨਾਲ ਜਿਹੜੀ ਕ੍ਰਿਸਚੈਨਿਟੀ ਹੈ ਉਹ ਚ ਅਸੀਂ ਜਾਣਦੇ ਹਾਂ ਕਿ ਪ੍ਰੋਟੈਸਟੈਂਟ ਤੇ ਕੈਥੋਲਿਕ ਦੋ ਕਿਸਮ ਦੀਆਂ ਉਹਨਾਂ ਦੀਆਂ ਪਰੰਪਰਾਵਾਂ ਹੈ, ਉਹ ਦੋਨੇ ਅਲੱਗ-ਅਲੱਗ ਮੰਨੀਆਂ ਜਾਂਦੀਆਂ। ਪਰ ਜਦੋਂ ਕੋਈ ਧਰਮ ਬਾਹਰਲੇ ਪਾਸੇ ਜਾਂਦਾ ਹੈ ਤਾਂ ਉਹ ਵੱਖਰੇ ਸਰੂਪ ਦੇ ਵਿੱਚ ਜਾਂਦਾ ਹੈ। ਤੇ ਦੂਜੀ ਗੱਲ ਇਹ ਹੈ ਕਿ ਜਿਸ ਸੁਸਾਇਟੀ ਦੀ ਤੁਸੀਂ ਗੱਲ ਕਰ ਰਹੇ ਹੋ ਉੱਥੇ ਇਸ ਗੱਲ ਵੱਲ ਇੰਨਾ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਕਿ ਕਿਸ ਬੰਦੇ ਦਾ ਕਿਹੜਾ ਧਰਮ ਹੈ। ਉੱਥੇ ਉਹ ਵਿਅਕਤੀ ਦੀ ਜਿਹੜੀ ਆਜ਼ਾਦੀ ਹੈ ਉਸ ਤੇ ਬਹੁਤ ਜ਼ਿਆਦਾ ਧਿਆਨ ਦਿੰਦੇ ਹੈ। ਤੁਹਾਨੂੰ ਯਾਦ ਹੋਣਾ ਕਿ ਜਦੋਂ ਯੋਗੀ ਹਰਭਜਨ ਸਿੰਘ ਅਮਰੀਕਾ ਦੇ ਵਿੱਚ ਗਏ ਸੀ ਤਾਂ ਉਹਨਾਂ ਦੇ ਨਾਲ ਬਹੁਤ ਸਾਰੇ ਜਿਹੜੇ ਗੋਰੇ ਆ ਉਹ ਸਿੰਘ ਸਜੇ ਹੋਏ ਸੀ ਤੇ ਕਦੇ ਮੈਨੂੰ ਇਸ ਕਿਸਮ ਦਾ ਦੇਖਣ ਨੂੰ ਨਹੀਂ ਮਿਲਿਆ ਕਿ ਬਹੁਤ ਵੱਡਾ ਪ੍ਰੋਟੈਸਟ ਹੋਇਆ ਹੋਵੇ ਕਿ ਹਰਭਜਨ ਸਿੰਘ ਯੋਗੀ ਨੇ ਗੋਰਿਆਂ ਨੂੰ ਸਿੰਘ ਸਜਾ ਕੇ ਧਰਮ ਪਰਿਵਰਤਨ ਕਰਵਾਤਾ। ਉੱਥੇ ਉਹ ਕਹਿੰਦੇ ਕਿ ਧਰਮ ਕਿਸੇ ਵਿਅਕਤੀ ਦਾ ਨਿੱਜੀ ਮਾਮਲਾ ਹੈ। ਸਾਡੇ ਇਹ ਨਿੱਜੀ ਮਾਮਲਾ ਨਹੀਂ, ਸਾਡੇ ਸਮਾਜਿਕ ਮਾਮਲਾ ਹੈ। ਇਸ ਕਰਕੇ ਇਹਨਾਂ ਦੋਨਾਂ ਚੀਜ਼ਾਂ ਨੂੰ ਸਾਨੂੰ ਅਲੱਗ-ਅਲੱਗ ਕਰਕੇ ਦੇਖਣਾ ਪਊਗਾ, ਸਮਝਣਾ ਪਊਗਾ। ਅਸੀਂ ਉਸੇ ਪਲੜੇ ਦੇ ਵਿੱਚ ਰੱਖ ਕੇ ਉੱਥੋਂ ਦੇ ਸਮਾਜ ਨੂੰ ਨਹੀਂ ਦੇਖ ਸਕਦੇ ਜਿਸ ਦੇ ਵਿੱਚ ਅਸੀਂ ਭਾਰਤੀ ਜਾਂ ਪੰਜਾਬੀ ਸਮਾਜ ਨੂੰ ਦੇਖਦੇ ਹਾਂ। ਇਸ ਕਰਕੇ ਬੁਨਿਆਦੀ ਤੌਰ ਤੇ ਇਹਦੇ ਵਿੱਚ ਬੜਾ ਸੂਖਮ ਅੰਤਰ ਹੈ ਜਿਹਨੂੰ ਸਾਨੂੰ ਸਮਝਣਾ ਚਾਹੀਦਾ। ਸਿੱਖਾਂ ਦੀ ਜਿਹੜੀ ਸੰਸਥਾ ਆ ਸੰਧੂ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਦੋਂ ਇਹ ਚਿੰਤਾ ਕਰਦੇ ਨੇ ਤਾਂ ਮੇਰੇ ਵਰਗੇ ਜਾਂ ਕੋਈ ਹੋਰ ਲੋਕ ਜਿਹੜੇ ਉਹ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਸਵਾਲ ਕਰ ਦਿੰਦੇ ਨੇ ਕਿ ਤੁਸੀਂ ਭਾਈ ਜਦੋਂ ਤੁਹਾਡਾ ਸਮਾਂ ਸੀ, ਜਦੋਂ ਤੁਹਾਡੇ ਕੋਲ ਰਾਜ ਸੀ, ਸਿੱਖ ਰਾਜ, ਤੁਸੀਂ ਕਹਿੰਦੇ ਸੀ ਕਿ ਸਾਡੇ ਹੱਥਾਂ ਦੇ ਵਿੱਚ ਆ, ਉਦੋਂ ਤੁਸੀਂ ਕਿਉਂ ਨਹੀਂ ਕੀਤਾ। ਤਾਂ ਅੱਗੋਂ ਸਵਾਲ ਇਹ ਉੱਠ ਖੜਦਾ ਕਿ ਤੁਸੀਂ ਕੀ ਕੀਤਾ, ਤੁਸੀਂ ਆਪਣੀ ਪੱਧਰ ਤੇ ਕੌਮ ਦੇ ਲਈ ਕੀ ਕਰ ਰਹੇ ਹੋ। ਇਹ ਲੋਕਾਂ ਨੂੰ ਸਵਾਲ ਹੋ ਜਾਂਦਾ ਤੇ ਨਾਲੋਂ ਨਾਲ ਇਹ ਵੀ ਚਰਚਾ ਛਿੜਦੀ ਹੈ, ਲੋਕ ਕਮੈਂਟ ਕਰ ਦਿੰਦੇ ਨੇ ਕਿ ਰਾਗੀਆਂ, ਢਾਡੀਆਂ, ਪ੍ਰਚਾਰਕਾਂ ਨੂੰ, ਗ੍ਰੰਥੀਆਂ ਨੂੰ ਉਸ ਕਿਸਮ ਦਾ ਸਤਿਕਾਰ, ਮਾਣ ਸਤਿਕਾਰ ਜਿਵੇਂ ਦਾ ਦਿੱਤਾ ਜਾਣਾ ਚਾਹੀਦਾ ਸੀ ਉਹ ਨਹੀਂ ਦਿੱਤਾ ਗਿਆ, ਉਹਨਾਂ ਨੂੰ ਅਣਗੌਲਿਆ ਕੀਤਾ ਗਿਆ, ਜਿਹਦੇ ਕਰਕੇ ਅੱਜ ਸਿੱਖ ਕੌਮ ਜਿਹੜੀ ਹੈ ਉਹ ਨਿਘਾਰ ਵੱਲ ਜਾ ਰਹੀ ਹੈ। ਹਾਂਜੀ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਿੱਖ ਕੌਮ ਕੀ ਨਿਘਾਰ ਵੱਲ ਜਾ ਰਹੀ ਹੈ ਤਾਂ ਇਹ ਸੋਚਣਾ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਿੱਖ ਕੌਮ ਨਿਘਾਰ ਵੱਲ ਨਹੀਂ ਜਾ ਰਹੀ, ਬਲਕਿ ਇਸ ਦੇ ਵਿਚਾਰ ਹੈ ਜਿਹੜੇ ਉਹ ਕਿਤੇ ਨਾ ਕਿਤੇ ਕਿਸੇ ਹੋਰ ਫਾਰਮ ਦੇ ਵਿੱਚ ਅੱਗੇ ਜ਼ਰੂਰ ਵੱਧ ਰਹੇ ਹੈ। ਪਿਛਲੇ ਦਿਨਾਂ ਦੇ ਵਿੱਚ ਜੋ ਗੱਲਾਂ ਅੱਗੇ ਬਹੁਤ ਵੱਡੀਆਂ ਆਰਗੇਨਾਈਜੇਸ਼ਨ ਕਰਦੀਆਂ ਸੀ, ਜਦੋਂ ਕਿਤੇ ਵੀ ਸੰਕਟ ਦੀ ਸਥਿਤੀ ਆਉਂਦੀ ਸੀ ਉੱਥੇ ਸੇਵਾ ਭਾਵ ਨੂੰ ਲੈ ਕੇ ਅੱਗੇ ਚੱਲਣ ਦੀਆਂ ਉਹ ਸਾਰੀਆਂ ਗੱਲਾਂ ਸਿੱਖ ਕੌਮ ਨੇ ਕੀਤੀਆਂ। ਮੈਨੂੰ ਇਹ ਲੱਗਦਾ ਕਿ ਪਿਛਲੇ ਸ਼ਾਇਦ 2-3 ਦਹਾਕਿਆਂ ਦੇ ਵਿੱਚ ਓਨਾ ਪ੍ਰਚਾਰ ਨਹੀਂ ਹੋਇਆ ਹੋਣਾ ਸਿੱਖ ਕੌਮ ਬਾਰੇ ਜਾਂ ਪੰਜਾਬੀਆਂ ਬਾਰੇ ਜਿੰਨਾ ਪਿਛਲੇ 1 ਸਾਲ ਦੇ ਵਿੱਚ ਕਿਸਾਨ ਮੋਰਚੇ ਵੇਲੇ ਹੋਇਆ। ਉਸ ਤੋਂ ਵੀ ਕਿਤੇ ਵੱਧ ਪ੍ਰਚਾਰ ਜਦੋਂ ਕੋਵਿਡ ਦਾ ਸਮਾਂ ਆਇਆ ਤਾਂ ਵੱਖ-ਵੱਖ ਜਗ੍ਹਾ ਤੇ ਆਕਸੀਜਨ ਦੇ ਸਿਲੰਡਰ ਦੇਣ ਤੋਂ ਲੈ ਕੇ ਜਿਹੜੇ ਉੱਥੋਂ ਦੇ ਲੋਕਲ ਲੋਕ ਸੀ, ਲੋਕਲ ਵਸਿੰਦੇ ਸੀ, ਜਦੋਂ ਸੰਕਟ ਆਇਆ ਭਾਵੇਂ ਉਹ ਅਮਰੀਕਾ, ਇੰਗਲੈਂਡ, ਕੈਨੇਡਾ ਕੋਈ ਵੀ ਮੁਲਕ ਹੋਵੇ, ਉੱਥੇ ਗੁਰਦੁਆਰਿਆਂ ਨੇ ਪੱਧਰ ਤੇ ਆਪਣੀ ਸੇਵਾ ਦੀ ਜ਼ਿੰਮੇਵਾਰੀ ਨਿਭਾਈ। ਇਹਦੇ ਨਾਲ ਹੀ ਇਹ ਵੀ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਕਿਤੇ ਵਿਦੇਸ਼ਾਂ ਦੇ ਵਿੱਚ ਸਾਲ ਵਿਦੇਸ਼ਾਂ ਦੇ ਵਿੱਚ ਹੜ੍ਹ ਆਉਂਦੇ ਆ, ਲੜਾਈ ਲੱਗਦੀ ਹੈ, ਉਹਨਾਂ ਸਾਰੀਆਂ ਥਾਵਾਂ ਤੇ ਜਿਹੜੇ ਸਿੱਖ ਹੈ ਇਹ ਮੋਹਰੀ ਕਤਾਰ ਦੇ ਵਿੱਚ ਖੜਦੇ ਆ। ਜਿੱਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਸ਼ ਲਾਇਆ ਜਾਂਦਾ ਹੈ ਕਿ ਸਿੱਖ ਕੌਮ ਲਈ ਆਮ ਲੋਕਾਂ ਨੇ ਕੀ ਕੀਤਾ, ਤਾਂ ਮੈਂ ਇਹ ਦੱਸਣਾ ਬਿਲਕੁਲ ਜ਼ਰੂਰੀ ਸਮਝਦਾ ਹਾਂ ਕਿ ਆਮ ਲੋਕ ਜਿਹੜੇ ਹੁੰਦੇ ਆ ਉਹਨਾਂ ਨੇ ਸਹਿਯੋਗ ਕਰਨਾ ਹੁੰਦਾ। ਲੀਡਰਸ਼ਿਪ ਹੈ ਜਿਹੜੀਆਂ ਉਹ ਸੰਸਥਾਵਾਂ ਦਿੰਦੀਆਂ ਜਿਨ੍ਹਾਂ ਨੂੰ ਉਸ ਲਈ ਮੋਹਰੀ ਬਣਾਇਆ ਜਾਂਦਾ। ਇਹ ਮੋਹਰੀ ਸੰਸਥਾਵਾਂ ਜੇ ਇੱਕ ਸਮੇਂ ਮੋਹਰੀ ਬਣ ਕੇ ਸਿੱਖ ਧਰਮ ਦੇ ਵਿੱਚ ਵਿਚਾਰਾਂ ਦੇ ਸੰਕਲਨ ਦੀ ਗੱਲ ਸੀ ਤਾਂ ਗੁਰੂ ਅਰਜਨ ਸਾਹਿਬ ਨੇ ਉਦੋਂ ਉੱਤਮ ਵਿਚਾਰਾਂ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ। ਸਾਡੀ ਅੱਜ ਦੀ ਸਮੱਸਿਆ ਇਹ ਹੈ ਕਿ ਸਾਡੇ ਆਪਣੇ ਭਾਈਚਾਰੇ ਵਿੱਚੋਂ ਪੈਦਾ ਹੋਏ ਡੇਰੇ, ਸਾਡੇ ਆਪਣੇ ਭਾਈਚਾਰੇ ਵਿੱਚੋਂ ਨਿਕਲੇ ਹੋਏ ਸੰਤ, ਆਪਣੇ ਭਾਈਚਾਰੇ ਵਿੱਚੋਂ ਨਿਕਲੇ ਹੋਏ ਪ੍ਰਚਾਰਕ ਕੋਈ ਵੀ ਸ਼੍ਰੋਮਣੀ ਕਮੇਟੀ ਦੇ ਨਾਲ ਸਹਿਯੋਗ ਕਰਕੇ ਚੱਲਣ ਨੂੰ ਤਿਆਰ ਨਹੀਂ ਹੈ। ਕਦੇ ਇੱਕ ਕਿਸਮ ਦੇ ਸੰਤ ਸਮਾਜ ਨੂੰ ਨਾਲ ਲੈਂਦੇ ਆ, ਦੂਸਰਾ ਨਾਰਾਜ਼ ਹੋ ਜਾਂਦਾ ਹੈ। ਜੇ ਉਹ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਹੈ ਤਾਂ ਹਰਿਆਣੇ ਦੀ ਕਮੇਟੀ ਵੱਖਰੀ ਬਣ ਜਾਂਦੀ ਹੈ। ਮੈਨੂੰ ਇਹ ਲੱਗਦਾ ਹੈ ਕਿ ਇਸ ਤੇ ਹੁਣ ਦੋਸ਼ ਦੇਣ ਦਾ ਸਮਾਂ ਨਹੀਂ ਹੈ
ਕਿ ਅਸੀਂ ਕਿਸੇ ਨੂੰ ਕਹੀਏ ਤੁਸੀਂ ਘੱਟ ਕੀਤਾ ਜਾਂ ਕਿਸੇ ਨੂੰ ਕਹੀਏ ਤੁਸੀਂ ਜ਼ਿਆਦਾ ਕੀਤਾ। ਹੁਣ ਸਮਾਂ ਉਹ ਹੈ ਜਦੋਂ ਸਮੁੱਚੇ ਤੌਰ ਤੇ ਵਿਚਾਰ ਕਰਨੀ ਚਾਹੀਦੀ ਹੈ ਕਿ ਜੋ ਪਹਿਲਾਂ ਕਮੀਆਂ ਰਹੀਆਂ, ਕਮੀਆਂ ਨੂੰ ਕਿਵੇਂ ਦੂਰ ਕਰਨਾ ਹੈ, ਠੀਕ ਤਰੀਕੇ ਨਾਲ ਅਸੀਂ ਆਪਣੇ ਧਰਮ ਨੂੰ, ਆਪਣੇ ਵਿਚਾਰਧਾਰਾ ਨੂੰ ਕਿਵੇਂ ਸਮਝੀਏ। ਅਸੀਂ ਰਾਜਨੀਤਿਕ ਲੋੜਾਂ ਕਰਕੇ ਆਪਣੇ ਭਾਈਚਾਰੇ ਦੀਆਂ ਵੰਡੀਆਂ ਨਾ ਪਾਈਏ। ਮੈਨੂੰ ਇਹ ਲੱਗਦਾ ਹੈ ਕਿ ਬਹੁਤ ਵਾਰ ਜਿੰਨਾ ਨੁਕਸਾਨ ਸਾਡਾ ਪਿਛਲੇ ਦਹਾਕਿਆਂ ਦੇ ਵਿੱਚ ਸਾਡੇ ਆਪਣੇ ਨੇਤਾਵਾਂ ਨੇ ਕੀਤਾ ਹੈ, ਸ਼ਾਇਦ ਉਹਨਾਂ ਧਰਮ ਪਰਿਵਰਤਨ ਵਾਲਿਆਂ ਨੇ ਜਾਂ ਬਾਹਰੀ ਪ੍ਰਚਾਰਕਾਂ ਨੇ ਨਹੀਂ ਕੀਤਾ। ਇਸ ਗੱਲ ਨੂੰ ਸਾਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ, ਸਾਨੂੰ ਇਸ ਤੇ ਯਕੀਨ ਕਰਨਾ ਚਾਹੀਦਾ। ਇਹ ਬਹੁਤ ਮਹੱਤਵਪੂਰਨ ਗੱਲ ਹੈ।